You are listening to the online streaming service from Emmanuel Church, Handsworth, Birmingham, UK. ਓਕੇ ਆਓ ਅਸੀਂ ਮੀਟਿੰਗ ਜੋ ਮੈਨੂਅਲ ਚਰਚ ਹੈਂਡਸਵਰਥ ਦੇ ਵਿੱਚੋਂ ਆਨਲਾਈਨ ਸ਼ੁਰੂ ਹੋ ਰਹੀ ਆ ਉਹਦੇ ਵਿੱਚ ਸ਼ਾਮਲ ਹੋਈਏ ਔਰ ਬਹੁਤ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ, ਖਾਸ ਕਰ ਜੋ ਪਹਿਲੀ ਵਾਰੀ ਇਹਦੇ ਵਿੱਚ ਸ਼ਾਮਲ ਹੋ ਰਿਹਾ ਜਾਂ ਜਿਹੜੇ ਇਹਦੇ ਵਿੱਚ ਆਮ ਤੌਰ 'ਤੇ ਆਉਂਦੇ ਰਹੇ ਆ ਅਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਇੱਕ ਦੋ ਐਤਾਂ ਪ੍ਰਭੂ ਦੇ ਵਚਨਾਂ 'ਚੋਂ ਪੜ੍ਹਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ। ਇਹ ਜ਼ਬੂਰ 8 ਉਹਦੀ 3 ਤੇ 4 ਐਤ ਕਾਫੀ ਦੇਰ ਹੋ ਗਿਆ ਦੇਖੇ ਨਹੀਂ, ਪਰ ਬਹੁਤ ਇਹ ਮਸ਼ਹੂਰ ਐਤ, ਖਾਸ ਕਰਕੇ ਜਿਹੜੀ 4 ਐਤ ਆ, ਤੈਨੂੰ ਵੀ ਪੜ੍ਹ ਲਵਾਂਗੇ ਨਾਲ। ਜਦ ਮੈਂ ਤੇਰੇ ਆਕਾਸ਼ ਨੂੰ ਵੇਖਦਾ ਹਾਂ ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਤੇ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ ਜੋ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਇਆ ਕੀ ਜੋ ਉਸ ਦੀ ਸੁਧ ਲਵੇ। ਇੱਥੇ ਦਾਊਦ ਬਾਦਸ਼ਾਹ ਪਹਿਲਾਂ ਦੇਖਦਾ ਪਰਮੇਸ਼ਰ ਦੇ ਵੱਡੇ ਪਨ ਨੂੰ ਕਿ ਕਿਸ ਤਰ੍ਹਾਂ ਜਿਹੜੀ ਸਾਰੀ ਸ੍ਰਿਸ਼ਟੀ ਆ, ਚੰਦਰਮਾ ਆਕਾਸ਼, ਉਹਦੀ ਵਡਿਆਈ ਕਰਦੇ ਆ, ਮਹਿਮਾ ਕਰਦੇ, ਕਿੰਨਾ ਵੱਡਾ ਪਰਮੇਸ਼ਰ ਆ। ਔਰ ਫਿਰ ਇਨਸਾਨ ਜੋ ਇੱਕ ਪਾਪ ਦੀ ਗੁਲਾਮੀ ਵਿੱਚ ਫਸਿਆ ਹੋਇਆ, ਔਰ ਉਹਨੂੰ ਪਰਮੇਸ਼ਰ ਕਿਸ ਤਰ੍ਹਾਂ ਯਾਦ ਕਰਦਾ ਆ। ਔਰ ਸਾਨੂੰ ਪਤਾ ਕਿ ਕਿਸ ਤਰ੍ਹਾਂ ਉਹਨੇ ਯਾਦ ਕੀਤਾ ਕਿ ਆਪਣੇ ਪੁੱਤਰ ਨੂੰ, ਜੋ ਸਾਡਾ ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਆ, ਉਹਨੂੰ ਭੇਜ ਕੇ ਇਹ ਜਿਹੜਾ ਸੀਗਾ ਸਬੂਤ ਦੇਤਾ ਕਿ ਵਾਕਿਆ ਇਨਸਾਨ ਨੂੰ ਪਰਮੇਸ਼ਰ ਨੇ ਯਾਦ ਕੀਤਾ ਆ, ਕਿ ਉਹਦੇ ਪਾਪਾਂ ਦੇ ਜੋ ਕੱਢ ਕੇ ਉਹਨੂੰ ਇੱਕ ਉਮੀਦ ਦੇਵੇ ਕਿ ਪਿਤਾ ਦੇ ਨਾਲ ਉਹਦਾ ਮੇਲ ਮਿਲਾਪ ਹੋ ਸਕਦਾ ਪ੍ਰਭੂ ਯਿਸੂ ਮਸੀਹ ਦੇ ਵਿੱਚ। ਸੋ ਅੱਜ ਇਹੀ ਉਮੀਦ ਆ ਕਿ ਤੁਸੀਂ ਜੋ ਵੀ ਅੱਜ ਦਾ ਵਚਨ ਮਕਸਦ ਆ, ਸੱਚੇ ਜਿੰਦਾ ਪਰਮੇਸ਼ਰ ਵੱਲ ਮੁੜੋ ਔਰ ਦੇਖੋ ਕਿ ਕਿਸ ਤਰ੍ਹਾਂ ਪਰਮੇਸ਼ਰ ਦੇ ਨਾਲ ਇਨਸਾਨ ਦਾ ਮੇਲ ਮਿਲਾਪ ਹੁੰਦਾ ਆ। ਸੋ ਅਸੀਂ ਇਸ ਪਰਮੇਸ਼ਰ ਦੀ ਉਪਾਸਨਾ ਦੇ ਵਿੱਚ ਸਾਰੇ ਰਲ ਕੇ ਜੋ ਪਹਿਲਾ ਗੀਤ ਆ ਆਉਂਦਾ ਸਕਰੀਨ 'ਤੇ, ਜਿਸ ਤਰ੍ਹਾਂ ਅਸੀਂ ਗਾਉਂਦੇ ਹੁੰਦੇ ਉਹ ਗਾਵਾਂਗੇ। हमें साथ ले चलता, इससे बढ़कर क्या चाहो। पथ प्रदर्शक कृष्ण शंका मैं भला कैसे करूं। कुशल पूर्वक अपू रहता मैं विश्वास से यीशु में, क्योंकि जानता कुछ भी आए मैं सुरक्षित हूँ उसमें। क्योंकि जानता कुछ भी आए मैं सुरक्षित हूँ उसमें। यीशु राह में साथ ले चलता, साहस देता है मुझको। दुख में देता सहन शक्ति, भूख में देता भोजन वो। मेरे पाँव जो ठोकर खाए, मेरा मन भी प्यासा हो, मैं तब देखता अपने सामने हर से बहते सोते को। मैं तब देखता अपने सामने हर से बहते सोते को। यीशु राह में साथ ले चलता, प्रेम की सारी पूर्णता में, पूरी शांति की प्रतिज्ञा ईश्वर पास जो है स्वर्ग में। मेरी आत्मा जब उठ जाए, बस से स्वर्ग की राज में जा, मैं गाऊंगा कि यीशु मेरा पथ प्रदर्शक था। मैं गाऊंगा कि यीशु मेरा पथ प्रदर्शक था।
ਆਓ ਅਸੀਂ ਹੁਣ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਵਿੱਚ ਆਈਏ। ਸਵਰਗੀ ਪਿਤਾ ਜਿੰਦਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੱਚਮੁੱਚ ਪਰ ਜੀ ਇਨਸਾਨ ਹੁੰਦੇ ਹੋਏ ਜੋ ਵੀ ਸਾਡੇ ਪਾਪ ਗੁਨਾਹ ਕਮੀਆਂ ਕਮਜ਼ੋਰੀਆਂ ਪਰ ਜੀ ਇਨਸਾਨ ਤੁਹਾਡੇ ਕੋਲ ਛੁਪਾ ਨਹੀਂ ਸਕਦਾ, ਔਰ ਤੁਹਾਡੀ ਮਦਦ ਸਹਾਇਤਾ ਜ਼ਿੰਦਗੀ ਦੇ ਦਿਨ ਜੋ ਗੁਜ਼ਾਰਨ ਵਿੱਚ ਮੰਗਦੇ ਹਾਂ। ਔਰ ਜੋ ਵੀ ਹੈ ਇਸ ਵੇਲੇ ਭਾਜੀ ਦੁਨੀਆ ਦੀ ਹਾਲਤ ਕਰੋਨਾ ਵਾਇਰਸ ਦਾ ਕਈ ਮੁਲਕਾਂ ਦੇ ਵਿੱਚ ਕਿੰਨਾ ਜ਼ੋਰ ਪਿਆ ਹੋਇਆ, ਔਰ ਖਾਸ ਕਰਕੇ ਇੰਡੀਆ ਵਿੱਚ ਪਰ ਜੀ ਇਸ ਵੇਲੇ ਜੋ ਪਹਿਲਾਂ ਨਾਲੋਂ ਜੋ ਦੂਸਰੀ ਇਹ ਲਹਿਰ ਆ ਬਹੁਤ ਤੇਜ਼ੀ ਨਾਲ ਫੈਲ ਰਹੀ ਆ। ਖਾਸ ਕਰ ਮਹਾਰਾਸ਼ਟਰ ਜਿੱਥੋਂ ਭਾਈ ਅਤਲ ਹੁਣੀ ਪ੍ਰਿਆ ਹੁਣੀ ਆਉਂਦੇ ਆ ਉਸ ਇਲਾਕੇ ਵਿੱਚ, ਔਰ ਪ੍ਰਿਆ ਦਾ ਪਰਿਵਾਰ ਵੀ ਜਦੋਂ ਸੁਣਿਆ ਕਿ ਇਸ ਵੇਲੇ ਪੋਜ਼ੀਟਿਵ ਆਇਆ, ਔਰ ਉਹਦਾ ਭਰਾ ਖਾਸ ਕਰ ਡੈਨੀ ਵਾਸਤੇ ਪ੍ਰਾਰਥਨਾ ਕਰਦੇ ਭਾਈ ਤੁਸੀਂ ਉਹਨੂੰ ਚੰਗੀ ਸਿਹਤ ਦੇਣੀ ਔਰ ਘਰ ਵਾਪਸ ਆਪਣੇ ਪਰਿਵਾਰ ਵਿੱਚ ਆਵੇ। ਬੱਚੀ ਜੋ ਜੈਸਮੀਨ ਆ ਰੋਜੀ ਨਿੱਕੀ ਦੀ ਸਹੇਲੀ ਦੀ, ਜਦੋਂ ਸੁਣਿਆ ਕਿ ਉਹਨੂੰ ਕੈਂਸਰ ਇਸ ਉਮਰ ਦੇ ਵਿੱਚ ਰੋਜੀ ਉਹਨਾਂ ਨੂੰ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ, ਔਰ ਤੁਸੀਂ ਉਹਨਾਂ ਨੂੰ ਵੀ ਇਸ ਦੁੱਖ ਦੇ ਸਮੇਂ ਵਿੱਚ ਵੀ ਭਾਈ ਤੁਹਾਡੀ ਉਹਨਾਂ ਦੇ ਨਾਲ ਤਾਂ ਸ਼ਾਂਤੀ ਤਸੱਲੀ ਹੋਵੇ। ਔਰ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਭਾਜੀ ਉਹ ਜਾਣਨ ਵਾਲੇ ਹੋਣ। ਭਾਈ ਮਾਈਕਲ ਸਾਊਥ ਅਫਰੀਕਾ ਭੈਣ ਗੀਤਾ ਦਾ ਭਰਾ, ਇਸ ਵੇਲੇ ਉਹਦੀ ਹਾਲਤ ਜੋ ਵੀ ਹੈ, ਔਰ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਕਿ ਉਹ ਤੁਹਾਡਾ ਸੇਵਕ ਜਿਹਨੇ ਤੁਹਾਡੀ ਸੇਵਾ ਕੀਤੀ ਆ। ਇਸ ਵੇਲੇ ਜੋ ਸਰੀਰਕ ਦੁੱਖ ਆ ਪਰ ਤੁਸੀਂ ਉਹਨੂੰ ਜਾਣਦੇ ਆ, ਤੁਹਾਡੇ ਜ਼ਰੂਰ ਲੈ ਕੇ ਆਉਂਦੇ ਆ। ਔਰ ਇਸ ਮੁਲਕ ਦੇ ਵਿੱਚ ਜੋ ਪਹਿਲਾਂ ਨਾਲੋਂ ਅੱਛੇ ਹਾਲਾਤ ਹੋ ਗਏ ਆ, ਪ੍ਰਭੂ ਤੁਹਾਡਾ ਸ਼ੁਕਰ ਕਰਦੇ ਆ ਜੋ ਵੀ ਇੰਤਜ਼ਾਮ ਤੁਸੀਂ ਕੀਤਾ ਆ। ਔਰ ਇਸ ਕੌਮ ਲਈ ਪਰ ਜੀ ਇਹ ਪ੍ਰਾਰਥਨਾ ਕਿ ਬਹੁਤ ਸਾਰੇ ਲੋਕ ਫਿਰ ਮੰਡਲੀਆਂ ਵਿੱਚ ਜਾਣਾ ਸ਼ੁਰੂ ਕਰਨ, ਦੇਖਣ ਕਿ ਕਿਸ ਤਰ੍ਹਾਂ ਹਾਲੇ ਵੀ ਇਸ ਮੁਲਕ 'ਤੇ ਪਰਮੇਸ਼ਰ ਦੀਆਂ ਬਰਕਤਾਂ ਆ। ਭੈਣ ਬਲਵੀਰ ਨੂੰ ਵੀ ਯਾਦ ਕਰਦੇ ਉਹਦੀ ਸ਼ੁਕਰਗੁਜ਼ਾਰ ਹਾਂ ਕਿ ਜੋ ਪਹਿਲਾਂ ਨਾਲੋਂ ਸਿਹਤ ਠੀਕ ਆ। ਅੱਜ ਦਾ ਵਚਨ ਜੋ ਹੈ ਤੁਹਾਡਾ ਜੋ ਵੀ ਇੰਤਜ਼ਾਮ ਕੀਤਾ ਹੈ ਪਰ ਜੀ ਤਰਜਮਾ ਕਰਨ ਵਿੱਚ, ਲੀਡਿੰਗ ਕਰਨ ਵਿੱਚ, ਹਰ ਇੱਕ ਗੱਲ ਤੁਸੀਂ ਮਦਦ ਕਰਨੀ, ਔਰ ਖਾਸ ਕਰ ਆਪਣੇ ਦਾਸ ਨੂੰ ਪਰ ਜੀ ਜੋ ਤੁਹਾਡੇ ਵਚਨ ਸੁਣਾਏ ਜਾਂ ਤੁਸੀਂ ਪਵਿੱਤਰ ਆਤਮਾ ਦੁਆਰਾ ਹਰ ਇੱਕ ਗੱਲ 'ਚ ਮਦਦ ਅਤੇ ਸਹਾਇਤਾ ਕਰਨੀ। ਇਹ ਮੰਗਦੇ ਹਾਂ ਸਾਰਾ ਕੁਝ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਓਕੇ, ਹੁਣ ਜੋ ਇਸ ਹਫਤੇ ਦੇ ਨੋਟਿਸ ਆ ਉਹ ਥੋੜ੍ਹਾ ਜਿਹਾ ਹੁਣ ਜਿਸ ਤਰ੍ਹਾਂ ਚੇਂਜਿਸ ਆ ਮਿਹਰਬਾਨੀ ਕਰਕੇ ਤੁਸੀਂ ਖਿਆਲ ਨਾਲ ਸੁਣਨਾ। ਅੱਜ ਸ਼ਾਮ ਨੂੰ 5 ਵਜੇ ਇੱਥੇ ਚਰਚ ਦੀ ਬਿਲਡਿੰਗ ਦੇ ਵਿੱਚ ਅਸੀਂ ਇਕੱਠੇ ਹੋਣਾ ਆ, ਔਰ ਜੋ ਜ਼ੂਮ ਦੀ ਮੀਟਿੰਗ ਹੁੰਦੀ ਪਹਿਲਾਂ ਬਰੋਡਕਾਸਟ ਕਰਦੇ ਰਹੇ ਆ ਸ਼ਾਮ ਨੂੰ, ਉਹ ਅੱਜ ਤੋਂ ਬੰਦ ਆ। ਸੋ ਤੁਸੀਂ ਮਿਹਰਬਾਨੀ ਕਰਕੇ ਅੱਜ ਸ਼ਾਮੀ 5 ਵਜੇ ਆਉਣਾ, ਥੋੜ੍ਹਾ ਜਿਹਾ ਪਹਿਲਾਂ ਆ ਜਾਓ ਕਿਉਂਕਿ ਉੱਥੇ ਰਜਿਸਟਰ 'ਤੇ ਨਾਮ ਵਗੈਰਾ ਲਿਖਣੇ ਪੈਂਦੇ ਆ। ਮੰਗਲਵਾਰ ਨੂੰ 7 ਵਜੇ ਜ਼ੂਮ 'ਤੇ ਮੀਟਿੰਗ ਹੋਊਗੀ ਭੈਣਾਂ ਭਾਈਆਂ ਲਈ ਜਿਹੜੇ ਪੰਜਾਬੀ ਵਿੱਚ ਜਿਨ੍ਹਾਂ ਦੀ ਭਾਸ਼ਾ ਆ, ਔਰ ਬੁੱਧਵਾਰ ਨੂੰ ਜਿਹੜੇ ਇੰਗਲਿਸ਼ ਬੋਲਦੇ ਜਾਂ ਬੋਲ ਸਕਦੇ ਉਹਨਾਂ ਦੇ ਵਾਸਤੇ ਜ਼ੂਮ ਦੇ ਉੱਤੇ ਪ੍ਰਾਰਥਨਾ ਦੀ ਮੀਟਿੰਗ ਹੋਊਗੀ। ਸੈਟਰਡੇ ਵਾਲੇ ਦਿਨ ਜੋ 11 ਵਜੇ ਬੱਚਿਆਂ ਦਾ ਸੰਡੇ ਸਕੂਲ ਹੁੰਦਾ ਆ ਉਹ ਹੋਊਗਾ, ਔਰ ਜਿਸ ਤਰ੍ਹਾਂ ਵਾਰ-ਵਾਰ ਕਹਿੰਦੇ ਆ ਕਿ ਮਾਪੇ ਆਪਣੇ ਬੱਚਿਆਂ ਨੂੰ ਉਹਦੇ ਵਿੱਚ ਸ਼ਾਮਲ ਕਰਨ, ਅਤੇ ਪ੍ਰਭੂ ਦੀ ਮਰਜ਼ੀ ਹੋਏ ਤਾਂ ਅਸੀਂ ਅਗਲੇ ਐਤਵਾਰ ਬਿਲਡਿੰਗ ਦੇ ਵਿੱਚ ਇਕੱਠੇ ਨਹੀਂ ਹੋਵਾਂਗੇ ਹਾਲੇ, ਕਿਉਂਕਿ ਔਨਲਾਈਨ ਜਿਹੜੀ ਸਰਵਿਸ ਆ ਉਹ 11 ਵਜੇ ਕੀਤੀ ਜਾਊਗੀ। ਪਰ ਜਿਹੜੀ 5 ਵਜੇ ਦੀ ਸ਼ਾਮ ਦੀ ਮੀਟਿੰਗ ਹੈ ਅਗਲੇ ਐਤਵਾਰ, ਅਸੀਂ ਉਹ ਇਹਦੇ ਵਿੱਚ ਇੱਥੇ ਬਿਲਡਿੰਗ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਵਾਂਗੇ। ਸੋ ਤੁਸੀਂ ਉਹ 'ਚ ਸ਼ਾਮਲ ਹੋਣਾ। ਇੱਕ ਦੋ ਹੋਰ ਜਿਸ ਤਰ੍ਹਾਂ ਅਨਾਊਂਸਮੈਂਟ ਕਰਦੇ ਹਾਂ 1-2 ਹਫ਼ਤਿਆਂ ਤੋਂ ਕਿ ਜੋ ਵੀ ਇਹ ਪਲਾਨ ਕੀਤਾ ਆ ਰੋਡ ਮੈਪ 'ਤੇ ਕਿ ਜਿਹੜੀ 17 ਮਈ ਨੂੰ ਐਤਵਾਰ ਦੀ ਸੁਬਾਹ ਜੋ ਔਨਲਾਈਨ ਸਰਵਿਸ ਆ ਉਹ ਬੰਦ ਕੀਤੀ ਜਾਊਗੀ, ਅਤੇ ਮੰਡਲੀ ਦੇ ਵਿੱਚ ਜਿਹੜੀ ਆ ਸੁਬਾਹ ਅਤੇ ਸ਼ਾਮੀ ਜੇ ਸਾਰਾ ਕੁਝ ਜਿਸ ਤਰ੍ਹਾਂ ਗੌਰਮੈਂਟ ਕਹਿੰਦੀ ਆ ਚੱਲਦਾ ਰਿਹਾ ਠੀਕ, ਅਤੇ ਇਹ ਦੋਨੇ ਸਰਵਿਸਾਂ ਜਿਹੜੀਆਂ ਉਹ ਜਿਸ ਤਰ੍ਹਾਂ ਪਹਿਲਾਂ ਹੁੰਦੀ ਸੀਗੀ ਉਹ ਮੰਡਲੀ ਵਿੱਚ ਹੋਇਆ ਕਰਨਗੀਆਂ। ਉਮੀਦ ਕਰਦੇ ਹਾਂ ਕਿ 21 ਜੂਨ ਨੂੰ ਜਿਸ ਤਰ੍ਹਾਂ ਗੌਰਮੈਂਟ ਦਾ ਪਲਾਨ ਆ ਸਾਰਾ ਕੁਝ ਠੀਕ ਹੋਵੇ, ਅਤੇ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਆਸਤਾ ਸਾਰਾ ਕੁਝ ਜਿਹੜੀ ਫੈਲੋਸ਼ਿਪ ਆ ਉਹਦੇ ਵਿੱਚ ਵੀ ਦੇਖਾਂਗੇ ਕਿਸ ਤਰ੍ਹਾਂ ਜਿਹੜੇ ਹਾਲਾਤ ਹੁੰਦੇ ਆ। ਵੈਬਸਾਈਟ 'ਤੇ ਸਾਰਾ ਕੁਝ ਇਹ ਡੀਟੇਲ ਦਿੱਤੀ ਜਾਂਦੀ ਆ, ਮਿਹਰਬਾਨੀ ਕਰਕੇ ਤੁਸੀਂ ਉੱਥੇ ਦੇਖ ਲੈਣਾ ਅਗਰ ਕੋਈ ਨਹੀਂ ਸਮਝ ਆਉਂਦੀ। ਅੱਜ ਪ੍ਰਭੂ ਦਾ ਵਚਨ ਅਸੀਂ ਪੜ੍ਹਨਾ ਆ ਜੋ ਜ਼ਬੂਰਾਂ ਦੀ ਕਿਤਾਬ ਆ, ਉਹਦੇ ਵਿੱਚੋਂ ਜ਼ਬੂਰ 15 ਅਤੇ 1 ਤੋਂ 8 ਐਤ ਅਸੀਂ ਪੜ੍ਹਾਂਗੇ। ਜ਼ਬੂਰ 115 1 ਤੋਂ 8।
ਸਾਨੂੰ ਨਹੀਂ, ਹੇ ਯਹੋਵਾ ਸਾਨੂੰ ਨਹੀਂ, ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਇਆ ਤੇ ਸੱਚਾਈ ਦੇ ਕਾਰਨ ਵਡਿਆਈ ਦੇ। ਕੌਮਾਂ ਕਿਉਂ ਆਖਣ, ਉਹਨਾਂ ਦਾ ਪਰਮੇਸ਼ਰ ਕਿੱਥੇ ਹੋ? ਸਾਡਾ ਪਰਮੇਸ਼ਰ ਸਵਰਗ ਵਿੱਚ ਹੈ। ਉਹਨੇ ਜੋ ਚਾਹਿਆ ਸੋ ਕੀਤਾ। ਉਹਨਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ। ਉਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ। ਉਹਨਾਂ ਦੇ ਮੂੰਹ ਤਾਂ ਹਨ ਪਰ ਉਹ ਬੋਲਦੇ ਨਹੀਂ। ਉਹਨਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਵੇਖਦੇ ਨਹੀਂ। ਉਹਨਾਂ ਦੇ ਕੰਨ ਤਾਂ ਹਨ ਪਰ ਉਹ ਸੁਣਦੇ ਨਹੀਂ। ਉਹਨਾਂ ਦੇ ਨੱਕ ਤਾਂ ਹਨ ਪਰ ਉਹ ਸੁੰਘਦੇ ਨਹੀਂ। ਉਹਨਾਂ ਦੇ ਹੱਥ ਵੀ ਹਨ ਪਰ ਉਹ ਫੜਦੇ ਨਹੀਂ। ਉਹਨਾਂ ਦੇ ਪੈਰ ਵੀ ਹਨ ਪਰ ਉਹ ਚੱਲਦੇ ਨਹੀਂ। ਨਾ ਉਹ ਆਪਣੇ ਸੰਗ ਤੋਂ ਹੁਗਾਰਾ ਦਿੰਦੇ ਹਨ। ਉਹਨਾਂ ਦੇ ਬਣਾਉਣ ਵਾਲੇ ਉਹਨਾਂ ਹੀ ਵਰਗੇ ਹੋਣਗੇ, ਨਾਲੇ ਉਹ ਸਾਰੇ ਜਿਹੜੇ ਉਹਨਾਂ ਉੱਤੇ ਭਰੋਸਾ ਰੱਖਦੇ ਹਨ। ਆਮੀਨ। ਪ੍ਰਭੂ ਇਹਨਾਂ ਵਚਨਾਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਇਸ ਤੋਂ ਪਹਿਲਾਂ ਕਿ ਪ੍ਰਭੂ ਦਾ ਦਾਸ ਆ ਕੇ ਇਹਨਾਂ ਨੂੰ ਖੋਲ੍ਹੇ ਸਾਡੇ ਵਾਸਤੇ, ਅਸੀਂ ਰਲ ਕੇ ਜੋ ਗੀਤ ਸਕਰੀਨ 'ਤੇ ਆਊਗਾ ਜਿਸ ਤਰ੍ਹਾਂ ਗਾਉਣੇ ਹੁੰਦੇ ਆ, ਪ੍ਰਭੂ ਦੀ ਮਹਿਮਾ ਦੇ ਵਾਸਤੇ ਗਾਵਾਂਗੇ। The splendor of the King, clothed in majesty, let all the earth rejoice, all the earth rejoice. He wraps himself in light, and darkness tries to hide, and trembles at his voice, trembles at his voice. How great is our God! Sing with me, how great is our God, and all will see how great is our God. Age to age he stands, and time is in his hands, beginning and the end, beginning and the end. The Godhead three in one, Father, Spirit, and Son, the Lion and the Lamb, the Lion and the Lamb. How great is our God! Sing with me, how great is our God! And all will see how great is our God. Your name above all names, you are worthy of all praise, and my heart will sing how great is our God. Your name above all names, you are worthy of all praise, and my heart will sing how great is our God. How great is our God! Sing with me, how great is our God, and all will see how great is our God. God willing, next week we'll be starting a new series. ਪ੍ਰਭੂ ਦੀ ਮਰਜ਼ੀ ਹੋਈ ਤਾਂ ਅਗਲੇ ਹਫਤੇ ਅਸੀਂ ਨਵਾਂ ਮਜ਼ਮੂਨ ਸ਼ੁਰੂ ਕਰਾਂਗੇ। We will be looking at a group of books from the Bible that deal with the same period of time in the Old Testament. ਅਸੀਂ ਵਚਨ ਦੇ ਵਿੱਚੋਂ ਉਹਨਾਂ ਕਿਤਾਬਾਂ 'ਤੇ ਗੌਰ ਕਰਾਂਗੇ ਜਿਨ੍ਹਾਂ ਕਿਤਾਬਾਂ ਵਿੱਚ ਇੱਕ ਸਮੇਂ ਦੇ ਬਾਰੇ ਦੱਸਿਆ ਜਾਂਦਾ ਹੈਗਾ ਪੁਰਾਣੇ ਨਿਯਮ ਵਿੱਚ। So that is Ezra, Haggai, Zechariah, Esther, and Nehemiah. ਐਜ਼ਰਾ, ਹੈਗਾਈ, ਐਸਤਰ, ਜ਼ਕਰਿਆ, ਨehemiah। And we'll do an overview of that period, ਉਸ ਸਮੇਂ ਦੇ ਬਾਰੇ ਅਸੀਂ ਗੌਰ ਕਰਾਂਗੇ and God willing, we'll cover
that period and what's going on, and see how relevant it is to our situation today. ਕੀ ਹੋ ਰਿਹਾ ਸੀਗਾ ਉਸ ਸਮੇਂ ਦੇ ਵਿੱਚ, ਉਸ ਸਮੇਂ ਕੀ ਹੋ ਰਿਹਾ ਸੀਗਾ ਔਰ ਕੀ ਗੱਲਾਂ ਸੀਗੀਆਂ, ਅੱਜ ਉਹਨਾਂ ਗੱਲਾਂ ਦਾ ਨਾਲ ਕੀ ਮਤਲਬ ਹੈਗਾ ਉਹ ਦਿਖਾਂਗੇ। But this morning I want to look at the futility of idolatry from Psalm 115. ਅੱਜ ਸਵੇਰੇ ਅਸੀਂ ਜ਼ਬੂਰ 115 ਵਿੱਚੋਂ ਦੇਖਾਂਗੇ ਕਿ ਮੂਰਤੀ ਪੂਜਾ ਕਿੰਨੀ ਵਿਅਰਥ ਹੈਗੀ ਆ। Idolatry not only existed in the Old Testament when the Israelites struggled with it. As a result, God had to chasten them by sending them into exile. But it's still a massive issue for us today. ਪੁਰਾਣੇ ਨੇਮ ਵਿੱਚ ਇਜ਼ਰਾਈਲੀਆਂ ਨੂੰ ਕਾਫੀ ਮੁਸ਼ਕਿਲ ਸੀ ਮੂਰਤੀ ਪੂਜਾ ਬਾਰੇ। ਪ੍ਰਭੂ ਨੂੰ ਉਹਨਾਂ ਨੂੰ ਤਾੜਨਾ ਪਿਆ, ਉਹਨਾਂ ਨੂੰ ਕੂਚ ਵਿੱਚ ਭੇਜਣਾ ਪਿਆ। ਪਰ ਅੱਜ ਸਾਡੇ ਲਈ ਮੂਰਤੀ ਪੂਜਾ ਅੱਜ ਵੀ ਕਾਫੀ ਵੱਡੀ ਜਗ੍ਹਾ ਰਖਾਉਂਦੀ ਹੈਗੀ ਦੁਨੀਆ ਵਿੱਚ। A few years ago, Geeta and I, just out of interest, watched a documentary on the BBC. ਕੁਝ ਸਾਲ ਹੋ ਗਏ ਭਾਈ ਕਹਿੰਦੇ, ਭਾਈ ਜੋਈ ਨੇ ਤੇ ਗੀਤਾ ਨੇ ਡਾਕੂਮੈਂਟਰੀ ਦੇਖੀ ਸੀ ਟੈਲੀਵਿਜ਼ਨ ਉੱਤੇ। It was about a Hindu festival which takes place in India called the Kumbh Mela. ਇੰਡੀਆ ਵਿੱਚ ਇੱਕ ਮੇਲਾ ਲੱਗਦਾ ਹੈ ਕਿ ਕੁੰਭ ਮੇਲਾ। Recently it took place, ਥੋੜੀ ਦੇਰ ਹੋਇਆ ਸੀਗਾ। and COVID rules were totally ignored, and the Prime Minister, he promoted it and endorsed it, and unfortunately it's contributed to the shocking levels of COVID in India at the moment. ਉੱਤੇ ਕਾਇਦੇ ਕਾਨੂੰਨ ਤਾਂ ਬਿਲਕੁਲ ਤੋੜ ਦਿੱਤੇ ਕੋਵਿਡ ਦੇ। ਪ੍ਰਧਾਨ ਮੰਤਰੀ ਨੇ ਵੀ ਕਿਹਾ ਆਓ ਤੁਸੀਂ, ਉਹਨੇ ਵੀ ਨਹੀਂ ਕੋਈ ਸੁਰੱਖਿਆ ਰੱਖੀ। ਉਹਦਾ ਨਤੀਜਾ ਕੀ ਹੋਇਆ ਕਿ ਇੰਨੇ ਸਾਰੇ ਲੋਕ ਇਕੱਠੇ ਹੋਣ ਦੇ ਕਰਕੇ ਕੋਵਿਡ ਜਿਹੜਾ ਹੈਗਾ ਬਹੁਤ ਜ਼ਿਆਦਾ ਫੈਲ ਗਿਆ ਇੰਡੀਆ ਵਿੱਚ ਇਸ ਵੇਲੇ। During the Kumbh Mela, up to 120 million people have been known to visit the festival. ਕੁੰਭ ਮੇਲੇ ਵਿੱਚ ਕਹਿੰਦੇ ਕਿ ਤਕਰੀਬਨ 1,20,000 ਤੋਂ ਜ਼ਿਆਦਾ ਲੋਕੀ ਇਕੱਠੇ ਹੁੰਦੇ ਹੈਗੇ ਮੇਲੇ ਲਈ। Hindus come from all over the world ਜਗ੍ਹਾ ਜਗ੍ਹਾ ਤੇ ਹਿੰਦੂ ਜਾਂਦੇ ਹੈਗੇ ਆ ਦੁਨੀਆ ਦੇ ਵਿੱਚੋਂ to bathe in their sacred rivers. ਆਪਣੇ ਦਰਿਆ ਵਿੱਚ ਗੋਤੇ ਲਾਉਣ ਦੇ ਲਈ। And it's held over about a month and a half period. ਤਕਰੀਬਨ 1.5 ਮਹੀਨਾ ਉਹ ਮੇਲਾ ਚੱਲਦਾ। And legend describes that there was the creation of a pot of nectar of immortality. ਇਤਿਹਾਸ ਵਿੱਚ ਲਿਖਿਆ ਗਿਆ ਹੈਗਾ ਉਹਨਾਂ ਦੇ, ਉਹ ਕਹਿੰਦੇ ਕਿ ਇੱਕ ਉਹ ਚੀਜ਼ ਬਣੀ ਹੈਗੀ ਹੈ ਜਿਹੜੇ ਕਿ ਕਹਿੰਦੇ ਕਿ ਬੰਦਾ ਜਿਹੜਾ ਹਮੇਸ਼ਾ ਅਮਰ ਰਹਿੰਦਾ ਹੈਗਾ, ਜ਼ਿੰਦਾ ਰਹਿੰਦਾ ਹੈਗਾ, ਉਹਦੀ ਉਹਨਾਂ ਨੇ ਇੱਕ ਕਾਰਡ ਕੱਢੀ ਆ। And the gods and the demons fight over this pot or this kumbh in order to gain immortality, and the pot is spilled in 4 different places, and it's said that in those 4 different places where it fell, that is where you can bathe and you can gain immortality. ਉਹ ਜਿਹੜੇ ਭਾਂਡੇ ਵਿੱਚ ਜਿਹਨਾਂ ਨੇ ਜਿਹੜੀ ਚੀਜ਼ ਪਾਈ ਸੀਗੀ ਜਿਹੜੀ, ਉਹ ਕਹਿੰਦੇ ਜਦੋਂ ਰਾਖਸ਼ ਤੇ ਦੇਵਤੇ ਜਦੋਂ ਲੜਦੇ ਸੀਗੇ ਆਪਸ ਦੇ ਵਿੱਚ, ਤੇ ਉਹ ਕਹਿੰਦੇ ਕਿ ਉਹ ਕਟੋਰਾ ਉਲਟ ਗਿਆ 4 ਜਗ੍ਹਾ ਦੇ ਵਿੱਚ। ਤਾਂ ਹੀ ਕਹਿੰਦੇ ਕਿ ਉਹ 4 ਜਗ੍ਹਾ ਜਾ ਕੇ ਜੇ ਅਸੀਂ ਨਹਾਉਣੇ ਹੈਗੇ ਆ ਤੇ ਇਸ਼ਨਾਨ ਕਰਦੇ ਹੈਗੇ ਆ ਤੇ ਤੁਸੀਂ ਮੁਕਤੀ ਪ੍ਰਾਪਤ ਕਰੋਗੇ। And they say that nectar that fell into these rivers can cleanse you of your sins, so you could receive salvation and be free from the cycle of reincarnation. ਕਹਿੰਦੇ ਕਿ ਜਿਹੜਾ ਉਹ 'ਚੋਂ ਜਿਹੜਾ ਡਿੱਗਦਾ ਹੈਗਾ, ਜੋ ਡਿੱਗਿਆ ਉਹਦੇ ਵਿੱਚੋਂ ਅੰਮ੍ਰਿਤ, ਉਹ ਜਿਹੜਾ ਹੈਗਾ ਉਹ ਜੇ ਅਸੀਂ ਉਹ ਜਗ੍ਹਾ ਜਿੱਥੇ ਡਿੱਗਿਆ ਉੱਥੇ ਜਾ ਕੇ ਜੇ ਅਸੀਂ ਨਹਾਓਗੇ ਤੇ ਤੁਸੀਂ ਆਪਣੇ ਪਾਪਾਂ ਤੋਂ ਮੁਕਤ ਹੋਵੋਗੇ, ਤਾਂ ਜਿਹੜੇ ਜੂਨ ਪੈਂਦੇ ਹੈਗੇ ਤੁਸੀਂ ਜੂਨਾਂ ਤੋਂ ਮੁਕਤ ਹੋਵੋਗੇ। Now, these 4 rivers where people bathe are some of the most hygienic rivers anywhere in India. ਇਹ 4 ਦਰਿਆ ਜਿਹੜੇ ਹੈਗੇ ਆ, ਅਸੀਂ ਕਹਿ ਸਕਦੇ ਕਿ ਇਹ ਗੰਦੇ ਦਰਿਆ ਹੈਗੇ ਆ। But millions still come. ਪਰ ਫਿਰ ਵੀ ਲੱਖਾਂ ਕਰੋੜਾਂ ਲੋਕੀ ਜਾਂਦੇ ਉੱਥੇ ਨਹਾਉਣ ਨੂੰ। And in the documentary that we watched, there were, I think, 4 or 5 different British people. One was a doctor, another was a teenager, and her aunts and others. They were followed by the BBC as they visited the Mela. ਡਾਕੂਮੈਂਟਰੀ ਵਿੱਚ 4 ਜਣੇ ਸੀਗੇ, ਅੰਗਰੇਜ਼ ਗੋਰੇ ਸੀਗੇ, ਇੱਕ ਡਾਕਟਰ ਸੀਗਾ, ਇੱਕ ਜਵਾਨ ਸੀਗਾ, ਤੇ ਹੋਰ 2 ਜਣੇ ਸੀਗੇ, ਤੇ ਕੈਮਰੇ ਵਾਲੋਂ ਦੇ ਮਗਰ ਜਾਂਦੇ ਸੀਗੇ ਦੇਖਣ ਨੂੰ ਡਾਕੂਮੈਂਟਰੀ ਵਿੱਚ ਕਿ ਕਿੱਥੇ ਜਾਂਦੇ ਕਿ ਕੀ ਕਰਦੇ ਹੈਗੇ ਆ। There was also a white British woman. ਇੱਕ ਗੋਰੀ ਔਰਤ ਸੀਗੀ। There was a white American who had become a Hindu sadhu, a holy man. ਇੱਕ ਗੋਰਾ ਅਮਰੀਕਾ ਤੋਂ ਸੀਗਾ ਜਿਹੜਾ ਕਿ ਸਾਧੂ ਬਣ ਗਿਆ ਸੀਗਾ। And all their experiences were recorded. ਉਹਨਾਂ ਸਾਰਿਆਂ ਦੇ ਤਜਰਬੇ ਜਿਹੜੇ ਹੈਗੇ ਉਹ ਭਰੇ ਗਏ ਸੀ ਡਾਕੂਮੈਂਟਰੀ ਵਿੱਚ। And the highlight for each one of them was to take a dip in one of those rivers. ਕੱਲਿਆਂ ਨੇ ਕਿਹਾ ਕਿ ਸਾਡੇ ਲਈ
ਜ਼ਿੰਦਗੀ ਦਾ ਅਹਿਮ ਮਕਸਦ ਕੀ ਸੀਗਾ ਕਿ ਜਦੋਂ ਜਾ ਕੇ ਅਸੀਂ ਦਰਿਆ ਦੇ ਵਿੱਚ ਗੋਤਾ ਲਾਇਆ, And when they took that dip, they were elated. ਉਹ ਕਹਿੰਦੇ ਜਦੋਂ ਅਸੀਂ ਕਹਿੰਦੇ ਪਾਣੀ ਵਿੱਚ ਗੋਤਾ ਲਾਇਆ ਤੇ ਅਸੀਂ ਨਿਹਾਲ ਹੋ ਗਏ। Now, all of these people were educated. ਇਹ ਸਾਰੇ ਦੇ ਸਾਰੇ ਇਹ ਪੜ੍ਹੇ ਲਿਖੇ ਲੋਕੀ ਸੀਗੇ। They had scientific knowledge. They were very eloquent, intelligent, and well-spoken, and they could convey their feelings ਬੜੇ very ਗਿਆਨ well. ਵਾਲੇ ਸੀਗੇ, ਬਹੁਤ ਪੜ੍ਹੇ ਲਿਖੇ, ਆਲਾ ਦਰਜੇ ਦੀ ਤਾਲੀਮ ਵਾਲੇ, ਬੋਲਣਾ ਚੱਲਣਾ ਨੂੰ ਪਤਾ ਸੀਗਾ। ਅਸੀਂ ਇਹ ਨਹੀਂ ਕਹਾਂਗੇ ਕਿ ਬੇਵਕੂਫ ਸੀਗੇ ਉਹ। And what you see everywhere at the Kumbh Mela is idolatry. ਕੁੰਭ ਮੇਲੇ ਵਿੱਚ ਕੀ ਦਿਖਿਆ? ਜਗ੍ਹਾ ਜਗ੍ਹਾ ਮੂਰਤੀ ਪੂਜਾ ਸੀਗੀ। People carry their gods and they parade them. ਲੋਕੀ ਆਪਣੇ ਦੇਵੀ ਦੇਵਤਿਆਂ ਨੂੰ ਲੈ ਕੇ ਚੁੱਕ ਕੇ ਤੁਰੀ ਫਿਰਦੇ ਆ, ਨਮਾਇਸ਼ ਕਰਦੇ ਉਹਨਾਂ ਦੀ। Others decorate themselves like their gods and go on marches. ਦੇਵੀ ਦੇਵਤੇ ਵਾਂਗ ਆਪਣੇ ਆਪ ਨੂੰ ਸਿਆਵਟ ਕਰਕੇ ਤਾਂ ਉਹ ਤੁਰੇ ਫਿਰਦੇ ਹੈਗੇ ਉੱਥੇ। There are thousands of sadhus who dress in saffron robes, and they say that they've renounced everything in life and live a life of charity, and they depend on people to provide for ਹਜ਼ਾਰਾਂ their ਹਜ਼ਾਰ needs. ਸਾਧੂ ਹੈਗੇ ਆ, ਉਹ ਜਿਹੜੇ ਆਪਣੇ ਜਿਹੜੇ ਚੋਲੇ ਪਾਈ ਫਿਰਦੇ ਹੈਗੇ ਆ, ਜਾਮਨੀ ਰੋਹ ਕੀ ਕਰਦੇ ਹੈਗੇ ਆ, ਕਹਿੰਦੇ ਕਿ ਅਸੀਂ ਦੁਨੀਆ ਤਿਆਗਤੀ ਹੈਗੀ ਆ, ਅਸੀਂ ਹੁਣ ਲੋਕਾਂ ਦੇ ਜੋ ਸਾਨੂੰ ਲੋਕੀ ਦਿੰਦੇ ਖਾਣ ਪੀਣ ਨੂੰ ਉਹ ਤੇ ਅਸੀਂ ਗੁਜ਼ਾਰਾ ਕਰਦੇ ਹੈਗੇ ਆ, ਅਸੀਂ ਦੁਨੀਆ ਨੂੰ ਤਿਆਗ ਦਿੱਤਾ। And people come to them for advice and pay homage to them. ਲੋਕੀ ਉਹਨਾਂ ਕੋਲ ਜਾ ਕੇ ਸਲਾਹ ਲਈ ਆਉਂਦੇ ਹੈਗੇ ਆ, ਲੋਕੀ ਸਾਧੂਆਂ ਦੇ ਕੋਲ ਜਾ ਕੇ ਉਹਨਾਂ ਨੂੰ ਮੱਥੇ ਟੇਕਦੇ ਆ। And learn meditation techniques and learn about yoga and other things. ਯੋਗਾ ਬਾਰੇ, ਅੰਤਰ ਧਿਆਨ ਹੋਣ ਦੇ ਬਾਰੇ ਇਹਨਾਂ ਸਾਧੂਆਂ ਕੋਲੋਂ ਉਹ ਸਿੱਖਦੇ ਹੈਗੇ ਆ। There were lots in that documentary. There are a lot of white Westerners who followed their gurus. ਬਹੁਤ ਸਾਰੇ ਗੋਰੇ ਸੀਗੇ ਉੱਥੇ, ਅੰਗਰੇਜ਼ ਸੀਗੇ, ਜਿਹੜੇ ਕਿ ਆਪਣੇ ਗੁਰੂਆਂ ਮਗਰ ਚੱਲਦੇ ਹੈਗੇ, ਉੱਥੇ ਦਿਖਾਇਆ। There were also some other men ਹੋਰ ਵੀ ਬੰਦੇ ਸੀਗੇ who walked around totally naked, totally unclothed, ਬਿਲਕੁਲ ਨੰਗੇ ਉਹ ਤੁਰੇ ਫਿਰਦੇ ਸੀਗੇ। and they were just covered in ash. ਸਵਾਹ ਉਹਨਾਂ ਨੇ ਆਪਣੇ ਜਿਸਮ ਤੇ ਲਾਈ ਸੀਗੀ, ਰਾਖ। And what they say is that we've renounced everything in life, ਉਹ ਕਹਿੰਦੇ ਜ਼ਿੰਦਗੀ ਵਿੱਚ ਅਸੀਂ ਸਾਰਾ ਕੁਝ ਅਸੀਂ ਤਿਆਗ ਦਿੱਤਾ। that we lead a life of isolation. It's an ascetic lifestyle. ਅਸੀਂ ਇਕੱਲੇ ਰਹਿੰਦੇ ਆ, ਸਾਡੀ ਜ਼ਿੰਦਗੀ ਜਿਹੜੀ ਹੈਗੀ ਹੈ ਬਿਲਕੁਲ ਦੁਨੀਆ ਨਾਲੋਂ ਬਦਲੀ ਹੈਗੀ ਆ। hoping to receive a better reincarnation. ਉਹ ਸੋਚਦੇ ਕਿ ਸਾਡਾ ਦੁਬਾਰਾ ਜਨਮ ਹੋਊਗਾ ਤੇ ਕੋਈ ਚੰਗਾ ਜਨਮ ਹੋਊਗਾ ਕੋਈ। They call this walking around naked as renouncing everything in life, and they would say that we are holy men. Look how much we've given up. ਉਹਨਾਂ ਨੂੰ ਪੁੱਛੋ ਤੁਸੀਂ ਕਾਹਦੇ ਨੰਗੇ ਤੁਰੇ ਫਿਰਦੇ ਆ ਸਾਧੂਆਂ ਨੂੰ? ਉਹ ਕਹਿੰਦੇ ਕਿ ਦੇਖੋ ਅਸੀਂ ਸਾਰਾ ਕੁਝ ਤਿਆਗਿਆ ਹੈਗਾ, ਅਸੀਂ ਸਾਰਾ ਕੁਝ ਛੱਡ ਦਿੱਤਾ, ਅਸੀਂ ਦੁਨੀਆ ਛੱਡਤੀ ਹੈਗੀ, ਇਸ ਕਰਕੇ ਦੁਨੀਆ ਦੀ ਇਹ ਸਾਰੀਆਂ ਚੀਜ਼ਾਂ ਅਸੀਂ ਛੱਡ ਦਿੱਤੀਆਂ, ਇਸ ਕਰਕੇ ਅਸੀਂ ਕੱਪੜੇ ਵੀ ਨਹੀਂ ਪਾਉਂਦੇ ਹੈਗੇ। I would not call this holiness. I would call this immoral for such men to parade themselves, their nakedness in front of women and children and the public. ਇਹ ਪਵਿੱਤਰਤਾ ਹੀ ਨਹੀਂ ਹੈਗੀ, ਇਹ ਬਸ ਬੇਹੁਰਮਤੀ ਹੈਗੀ ਆ ਕਿ ਬੰਦੇ ਔਰਤਾਂ ਦੇ ਮੋਹਰੇ, ਬੱਚਿਆਂ ਮੋਹਰੇ, ਲੋਕਾਂ ਮੋਹਰੇ ਨੰਗੇ ਤੁਰੇ ਫਿਰਦੇ ਹੈਗੇ, ਆਪਣੇ ਨੰਗਪਣੇ ਦਾ ਪਰਹੇਜ਼ ਕਰਦੇ ਹੈਗੇ, ਦਿਖਾਉਂਦੇ ਹੈਗੇ ਆ। ਇਹ ਬਹੁਤ ਗਲਤ ਗੱਲ ਆ। What you see at the Kumbh Mela is blatant idolatry. ਕੁੰਭ ਮੇਲੇ ਵਿੱਚ ਸਾਨੂੰ ਕੀ ਦਿਖਾਈ ਦਿੰਦਾ ਹੈਗਾ? ਸਰਾਸਰ ਪੂਰੀ ਦੀ ਪੂਰੀ ਤਰ੍ਹਾਂ ਮੂਰਤੀ ਪੂਜਾ। But idolatry is not just restricted to Eastern religions. ਮੂਰਤੀ ਪੂਜਾ ਸਿਰਫ ਸਾਡੇ ਮੁਲਕਾਂ ਵਿੱਚ ਹਿੰਦੁਸਤਾਨ ਵੱਲ ਨਹੀਂ ਹੈਗੀ ਇਕੱਲੀ। You find it in every religion. ਹਰ ਧਰਮ ਦੇ ਵਿੱਚ ਮੂਰਤੀ ਪੂਜਾ ਹੈਗੀ ਆ। Let me just take Hinduism again. ਅਸੀਂ ਤੁਹਾਨੂੰ ਹੋਰ ਗੱਲ ਦੱਸੀਏ। Hindus actually do not believe there are millions of gods. ਹਿੰਦੂ ਨਹੀਂ ਵਿਸ਼ਵਾਸ ਕਰਦੇ ਕਿ ਕਰੋੜਾਂ ਦੇ ਕਰੋੜ ਦੇਵੀ ਦੇਵਤੇ ਹੈਗੇ ਆ। They believe there is one God, ਉਹ ਕਹਿੰਦੇ ਕਿ ਇੱਕ ਰੱਬ ਆ, one impersonal force called Brahman, ਇੱਕ ਹੈਗੇ ਆ ਜਿਹੜੇ ਕਿ ਬ੍ਰਾਹਮਣ ਹੈਗੇ ਆ। and you cannot know Brahman, ਤੁਸੀਂ ਬ੍ਰਾਹਮਣ ਨੂੰ ਜਾਣ ਨਹੀਂ ਸਕਦੇ, but you could only consider him in terms of cosmic forces and personal gods. ਬ੍ਰਹਮਾ ਜਿਹੜਾ ਹੈਗਾ ਤੁਸੀਂ ਉਹਨੂੰ ਇੱਕ ਸ਼ਕਤੀ ਕਰਕੇ ਮਹਿਸੂਸ ਕਰ ਸਕਦੇ ਹੈਗੇ ਆ, ਤੁਸੀਂ ਉਹਨੂੰ ਇੱਕ ਤਾਕਤ ਕਰਕੇ ਮਹਿਸੂਸ ਕਰ ਸਕਦੇ ਹੈਗੇ ਆ ਬਸ। So all the gods, all 330 million gods are all expressions of this one being Brahman. ਸੋ ਜਿਹੜੇ 33 ਕਰੋੜ ਦੇਵੀ ਦੇਵਤੇ ਕਹਿੰਦੇ ਹੈਗੇ ਉਹ ਸਾਰੇ ਇੱਕੋ ਬ੍ਰਹਮਾ ਦੀ ਉਹ ਕੋਈ ਨਾ ਕੋਈ
ਪਰਛਾਵਾਂ ਹੈਗੇ ਆ। So a proper Hindu who knows his stuff will ਇੱਕ say, ਹਿੰਦੂ ਜਿਹੜਾ ਜਾਣਦਾ ਆਪਣੇ ਸਾਰੇ ਵੇਦਾਂ ਨੂੰ, will say that Hinduism is not polytheistic. It doesn't believe in many gods. ਉਹ ਕਹੂਗਾ ਕਿ ਇਹ ਨਹੀਂ ਹੈ ਕਿ ਅਸੀਂ ਬਹੁਤ ਸਾਰੇ ਦੇਵੀ ਦੇਵਤਿਆਂ ਨੂੰ ਮੰਨਦੇ ਹਾਂ, It believes in one God, ਇੱਕ ਰੱਬ ਨੂੰ ਮੰਨਦੇ ਹਾਂ, and the images are just of metal, of wood, or stone, or gold, only portray different characteristics of Brahman. It's not idolatry. ਇੱਕ ਰੱਬ ਨੂੰ ਮੰਨਦੇ ਹੈਗੇ ਆ, ਉਹਦੇ ਬਹੁਤ ਸਾਰੇ ਉਹਦੇ ਪਰਛਾਵੇਂ ਹੈਗੇ ਆ, ਸੋਨਾ ਹੋਇਆ, ਲੱਕੜੀ ਹੋਈ, ਚਾਂਦੀ ਹੋਈ, ਪਿੱਤਲ ਹੋਇਆ, ਕੋਈ ਮਿੱਟੀ ਹੋਈ, ਔਰ ਉਹ ਜਿਹੜਾ ਹੈਗਾ ਅਸੀਂ ਉਹਦੀ ਸ਼ਖਸੀਅਤ ਨੂੰ ਮੰਨਦੇ ਹੈਗੇ ਆ। That is not idolatry. ਉਹ ਕਹਿੰਦੇ ਇਹ ਮੂਰਤੀ ਪੂਜਾ ਨਹੀਂ ਹੈਗੀ। But when an image is washed, ਪਰ ਜਦੋਂ ਕੋਈ ਤੁਸੀਂ ਚੀਜ਼ ਨੂੰ ਲੈ ਕੇ, ਜਦੋਂ ਕੋਈ ਤੁਸੀਂ ਮੂਰਤੀ ਲੈ ਕੇ ਉਹਨੂੰ ਧੋਨੇ ਹੈਗੇ ਆ, you dress it, ਉਹਦੇ ਤੁਸੀਂ ਕੱਪੜੇ ਪਹਿਨਾਉਨੇ ਆ, you venerate it, ਉਹਦੀ ਪੂਜਾ ਕਰਦੇ ਆ, you bow down to it, ਉਹਦੇ ਮੋਹਰੇ ਝੁਕਦੇ ਆ, you treat it as if it has its own personality, ਤੁਸੀਂ ਉਹਦੇ ਇਸ ਤਰ੍ਹਾਂ ਕਰਦੇ ਆ ਕਿ ਤੁਸੀਂ ਸੋਚਦੇ ਆ ਕਿ ਉਹਦੀ ਆਪਣੇ ਆਪ ਦੀ ਸ਼ਖਸੀਅਤ ਹੈਗੀ ਆ, it has a pull on your life, you fear it, ਉਹਦਾ ਅਸਰ ਤੁਹਾਡੀ ਜ਼ਿੰਦਗੀ ਤੇ ਹੈਗਾ, ਤੁਸੀਂ ਡਰਦੇ ਆ ਉਸ ਮੂਰਤੀ ਤੋਂ, that clearly is a God ਸਾਫ਼ ਉਹ ਤੁਹਾਡਾ ਦੇਵੀ ਦੇਵਤਾ that ਬਣ ਗਿਆ, controls your life, ਉਹ ਤੁਹਾਡੀ and ਜ਼ਿੰਦਗੀ ਨੂੰ ਚਲਾਉਣ ਲੱਗ ਪੈਂਦਾ, it's something you worship. ਤੁਸੀਂ ਉਹਦੀ ਪੂਜਾ ਕਰਦੇ ਆ। Take Sikhism. ਸਿੱਖਾਂ ਦੇ ਬਾਰੇ ਦੇਖੋ, Guru Nanak, the founder of Sikhism, ਗੁਰੂ ਨਾਨਕ ਜਿਹੜੇ ਸਿੱਖ ਧਰਮ ਸ਼ੁਰੂ ਕੀਤਾ, actually he was a Hindu. ਉਹ ਹਿੰਦੂ ਸੀਗੇ, But one of the reasons why he came out of Hinduism and formed this reformed Hindu type of faith called Sikhism ਹਿੰਦੂਆਂ ਵਿੱਚੋਂ ਨਿਕਲ ਕੇ ਉਹਨੇ ਸਿੱਖ ਧਰਮ ਜਿਹੜਾ ਹੈਗਾ ਕਿ ਸੁਧਾਰਿਆ ਹੋਇਆ ਹਿੰਦੂ ਧਰਮ ਹੈਗਾ, ਉਹਨੂੰ ਕਿਉਂ ਸ਼ੁਰੂ ਕੀਤਾ? was because he was disillusioned with idolatry in Hinduism. ਕਿਉਂਕਿ ਹਿੰਦੂਆਂ ਵਿੱਚ ਜਿਹੜੀ ਮੂਰਤੀ ਪੂਜਾ ਚੱਲਦੀ ਆ ਉਹ ਤੋਂ ਘਬਰਾ ਗਿਆ ਸੀਗਾ, So he rejected idolatry. ਉਹਨੇ ਮੂਰਤੀ ਪੂਜਾ ਦਾ ਇਨਕਾਰ ਕੀਤਾ। But if you go to most Sikh homes, ਪਰ ਜੇ ਤੁਸੀਂ ਸਿੱਖ ਘਰਾਂ ਦੇ ਵਿੱਚ ਜਾਓ, you find pictures of one of the 10 gurus, ਉਹਨਾਂ ਨੇ ਘਰਾਂ ਵਿੱਚ 10 ਗੁਰੂਆਂ ਵਿੱਚੋਂ ਕਦੇ ਦੀ ਤਸਵੀਰ ਤਾਂ ਲਾਈ ਹੁੰਦੀ ਆ, and they will pray to them and have their incense sticks. ਉਹਦੇ ਅੱਗੇ ਮੱਥਾ ਟੇਕਦੇ ਆ, ਉਹਦੇ ਅੱਗੇ ਧੂਪ ਜਗਾਉਂਦੇ ਆ। And if you go to the temple, ਜੇ ਮੰਦਿਰ ਜਾਓ, the ਗੁਰਦੁਆਰੇ first ਜਾਓ, thing you do ਤੇ ਗੁਰਦੁਆਰੇ ਜਾਂਦੇ ਆ, ਕੀ ਪਹਿਲਾਂ is ਕਰਦੇ you ਆ? walk down the aisle, you bow down to the picture of a guru, put some money there, and then you sit down. ਤੁਸੀਂ ਗੁਰਦੁਆਰੇ ਜਾਂਦੇ, ਪਹਿਲਾਂ ਜਾ ਕੇ ਤੁਸੀਂ ਸਿੱਧੇ ਤੁਰ ਜਾਂਦੇ ਆ, ਪਹਿਲਾਂ ਜਾ ਕੇ ਤੁਸੀਂ ਮੱਥਾ ਟੇਕਦੇ ਆ, ਪੈਸੇ ਚੜਾਉਣੇ ਹੈਗੇ ਆ, ਦੰਡਵਤ ਕਰਦੇ ਆ, ਫਿਰ ਜਾ ਕੇ ਬਹਿੰਦੇ ਆ ਤੁਸੀਂ। This is idolatry. ਤੇ ਇਹ ਮੂਰਤੀ ਪੂਜਾ ਨਾ ਹੋਈ। Take Far Eastern religions, ਬਾਕੀ ਜਿਹੜੇ ਪੂਰਵੀ ਧਰਮ ਹੈਗੇ ਉਹਨਾਂ ਬਾਰੇ ਦੇਖੋ, Buddhism, Shintoism, and so on. I'm not familiar with all their ਬੁੱਧਾ beliefs, ਹੈਗੇ ਆ, ਸ਼ਿੰਟੋ ਹੈਗਾ, ਬਾਕੀ ਬਹੁਤ ਸਾਰੇ ਹੋਰ ਹੈਗੇ। but clearly there are images that are used of Buddha. ਬੁੱਧਾ ਦੇ ਵੀ ਮੂਰਤੀਆਂ ਬਣਾਈਆਂ ਹੈਗੀਆਂ। From this church building, ਆ ਸਾਡੀ ਚਰਚ ਬਿਲਡਿੰਗ ਤੋਂ if you take a walk to the right-hand side, maybe about 100 yards, ਸੱਜੇ ਪਾਸੇ ਮੁੜ ਕੇ ਤੁਸੀਂ 100 ਗਜ ਤੁਰ ਕੇ ਜਾਓ, there is a Vietnamese center and a temple with a massive statue of Buddha. ਵੀਅਤਨਾਮੀਆਂ ਦਾ ਸੈਂਟਰ ਹੈਗਾ ਔਰ ਨਾਲ ਮੰਦਿਰ ਉਹਨਾਂ ਨੇ ਬਣਾਇਆ ਹੈਗਾ, ਬਹੁਤ ਵੱਡੇ ਸਾਰੇ ਉਹਨਾਂ ਨੇ ਬੁੱਧਾ ਦੀ ਮੂਰਤੀ ਬਣਾ ਕੇ ਲਾਈ ਆ। Now, I'm glad he doesn't look towards the church, he looks away from the church. ਸੋਹਣੀ ਗੱਲ ਹੈ, ਸਾਡੇ ਵੱਲ ਨਹੀਂ ਦਿਖਦਾ ਹੈਗਾ, ਮੂਰਤੀ ਜਿਹੜੀ ਹੈਗੀ ਹੈ, ਮੂਰਤੀ ਦਾ ਮੂੰਹ ਪਰਲੇ ਪਾਸੇ ਨੂੰ ਆ ਸਭ But ਤੋਂ। that's clearly idolatry. ਇਹ ਮੂਰਤੀ ਪੂਜਾ ਨਾ ਹੋਈ। Take Christianity. ਕ੍ਰਿਸਚੀਅਨ ਧਰਮ ਲਾਓ, Although the Bible very strongly condemns idolatry, ਬੇਸ਼ੱਕ ਬਾਈਬਲ ਬੜੀ ਸਖਤਾਈ ਦੇ ਨਾਲ ਮਨਾ ਕਰਦੀ ਹੈਗੀ ਕਿ ਮੂਰਤੀ ਪੂਜਾ ਗਲਤ ਆ, you get it in the 10 Commandments, 10 ਹੁਕਮਾਂ ਵਿੱਚ ਆਉਂਦੀ ਆ, Exodus 20, verse 1 to 6. ਕੂਚ 20 1 ਤੋਂ 6। The first command says, you shall not worship any other God. ਪਹਿਲਾ ਹੁਕਮ ਕੀ ਹੈਗਾ? ਤੁਸੀਂ ਹੋਰ ਕਿਸੇ ਪਰਮੇਸ਼ਰ ਦੀ ਪੂਜਾ ਨਹੀਂ ਕਰੋਗੇ। But also the second command ਦੂਜਾ ਹੁਕਮ says, you shall not make any carved image of anything that is in heaven, above, and also beneath the water and underneath. ਤੁਸੀਂ ਕੋਈ ਘੜੀ ਹੋਈ ਮੂਰਤ ਨਹੀਂ ਬਣਾਓਗੇ, ਨਾ ਕਿ ਜੋ ਸਵਰਗ 'ਚ ਹੈਗੀ ਆ, ਨਾ ਧਰਤੀ ਉੱਤੇ, ਨਾ ਧਰਤੀ ਦੇ ਥੱਲੇ ਪਾਣੀਆਂ ਵਿੱਚ ਹੈਗੀ ਆ। That is a complete prohibition. ਇਹ ਬਿਲਕੁਲ ਸਾਰੇ ਪਾਸੇ ਦੀ ਰੁਕਾਵਟ ਹੈਗੀ ਆ। And if you go to the New Testament, ਨਵੇਂ ਨਿਯਮ ਵਿੱਚ ਆਓ, Paul in Athens, ਪੌਲੁਸ ਅਥੀਨੀਆ ਵਿੱਚ where he goes, he sees idolatry everywhere. ਤੁਰੇ ਜਾਂਦਾ, ਦੇਖਦਾ ਸਾਰੇ ਪਾਸੇ ਮੂਰਤੀ ਪੂਜਾ ਹੋ ਰਹੀ ਆ।
And in Athens at the time, nearly on every building, there was a statue of one of the Greek gods. ਅਥੇਨੇ ਵਿੱਚ ਹਰ ਬਿਲਡਿੰਗ ਤੇ ਕੋਈ ਨਾ ਕੋਈ ਕਿਤੇ ਨਾ ਕਿਤੇ ਤੁਹਾਨੂੰ ਇੱਕ ਅੱਧੇ ਦੇਵੀ ਦੇਵਤੇ ਦੀ ਮੂਰਤ ਮਿਲਦੀ ਸੀਗੀ ਪੱਥਰ ਦੀ Of Zeus and Diana and Apollos or Ares, and it goes on. ਜ਼ੂਸ ਹੋਇਆ ਡਾਨਾ ਹੋਇਆ ਅਪੋਲੋਸ ਹੋਇਆ ਕੋਈ ਨਾ ਕੋਈ ਮੂਰਤੀ ਤੁਹਾਨੂੰ ਮਿਲਦੀ ਸੀ ਕਿ ਕਿਸੇ ਨਾ ਕਿਸੇ ਦੇ ਦੇਵੀ And these gods are still worshipped today. ਅੱਜ ਵੀ ਲੋਕੀ ਇਹਨਾਂ ਦੀ ਪੂਜਾ ਕਰਦੇ ਆ Not so much in an actual idol form, but what they represent is still worshipped. ਮੂਰਤੀਆਂ ਦੇ ਤੌਰ ਤੇ ਨਹੀਂ ਪਰ ਉਹ ਜਿਹਨਾਂ ਚੀਜ਼ਾਂ ਦੇ ਮਾਇਨੇ ਰਖਾਉਂਦੇ ਸੀਗੇ ਉਹਨਾਂ ਚੀਜ਼ਾਂ ਦੇ ਬਾਰੇ ਲੋਕੀ ਅੱਜ ਵੀ ਉਹਨਾਂ ਦੀ ਪੂਜਾ ਕਰਦੇ ਆ Aphrodite was the goddess of love and beauty and pleasure and passion. ਐਫਰੋਡਾਈਟਿਸ ਜਿਹੜੀ ਹੈਗੀ ਆ ਉਹ ਦੇਵੀ ਸੀਗੀ ਪਿਆਰ ਦੀ ਔਰ ਸੁੰਦਰਤਾ ਦੀ We ਔਰ see this goddess everywhere, don't we? ਹਰ ਜਗ੍ਹਾ ਅਸੀਂ ਦੇਖਦੇ ਹਾਂ Eros was the goddess of love and fertility and erotic pleasure. ਈਰੋਸ ਜਿਹੜਾ ਸੀਗਾ ਰੱਬ ਉਹ ਸੀਗਾ ਖੁਸ਼ੀ ਦਾ ਪਰਮੇਸ਼ਰ ਮੂਰਤੀ ਜਿਹੜੀ ਕਿ ਲੋਕੀ ਕਹਿੰਦੇ ਸੀਗੇ ਕਿ ਉਹ ਬਹੁਤ ਅੱਛੀ ਹੈਗੀ ਆ And we see this everywhere. ਹਰ ਜਗ੍ਹਾ ਦੇਖਦੇ ਹਾਂ Plutos, the god of money and wealth. ਪਲੂਟੋ ਜਿਹੜਾ ਸੀਗਾ ਉਹ ਪੈਸੇ ਦਾ ਪਰਮੇਸ਼ਰ ਸੀਗਾ Can you see these gods, what they represent is still worshipped today? ਇਹ ਜਿਹੜੇ ਪੱਥਰ ਦੀ ਮੂਰਤੀਆਂ ਦੇਵੀ ਦੇਵਤੇ ਸੀਗੇ ਅੱਜ ਵੀ ਲੋਕੀ ਉਹਨਾਂ ਦੇ ਮਾਇਨੇ ਨੂੰ ਉਹਦੀ ਪੂਜਾ ਕਰਦੇ ਆ And when Paul goes to Athens, ਪੌਲਸ ਜਦੋਂ ਜਾਂਦਾ ਅਥੀਨੇ ਨੂੰ it tells us in Acts chapter 17 ਰਸੂਲਾਂ ਦੇ ਕਰਤੱਵ 17 ਵਿੱਚ ਲਿਖਿਆ ਆ that he was provoked in his spirit. He was disturbed in his spirit. Verse 16 tells us 16 that. ਚ ਲਿਖਿਆ ਕਿ ਰੂਹ ਦੇ ਵਿੱਚ ਦੇਖ ਕੇ ਰੂਹ ਦੇ ਵਿੱਚ ਉਹ ਦੁਖੀ ਹੋਇਆ It disturbed him, the idolatry. ਮੂਰਤੀ ਪੂਜਾ ਦੇਖ ਕੇ ਉਹਦਾ ਦਿਲ ਦੁਖੀ ਹੋਇਆ I remember when I first went to India, ਪਹਿਲੀ ਵਾਰ ਜਦੋਂ ਭਾਈ ਕਹਿੰਦੇ ਇੰਡੀਆ ਗਿਆ like Paul, I saw the idolatry everywhere. ਹਰ ਜਗ੍ਹਾ ਮੂਰਤੀ ਸੀਗੀ ਹਰ ਜਗ੍ਹਾ ਮੂਰਤੀ ਪੂਜਾ And in my spirit, I was disturbed, and it reminded me of Paul at Athens. ਰੂਹ ਦੇ ਵਿੱਚ ਭਾਈ ਦੁਖੀ ਹੋਏ ਕਹਿੰਦੇ ਮੈਨੂੰ ਯਾਦ ਆਇਆ ਕਿ ਪੌਲਸ ਕਿੰਨਾ ਦੁਖੀ ਹੋਇਆ ਹੋਊਗਾ ਦੇਖ ਕੇ ਅਥੀਨੇ ਵਿੱਚ ਜਗ੍ਹਾ ਜਗ੍ਹਾ ਮੂਰਤੀਆਂ ਦੇਖ ਕੇ So the Bible clearly opposes idolatry. ਪ੍ਰਭੂ ਦਾ ਵਚਨ ਬੜੀ ਸਖਤਾਈ ਦੇ ਨਾਲ ਮੂਰਤੀ ਪੂਜਾ ਦਾ ਵਿਰੋਧ ਕਰਦਾ But if you read church history, ਪਰ ਜੇ ਤੁਸੀਂ ਮੰਡਲੀ ਦਾ ਇਤਿਹਾਸ ਪੜ੍ਹੋ you'll discover that various branches of the so-called church have used images in their worship. ਮੰਡਲੀ ਦੀ ਬਹੁਤ ਸਾਰੀ ਟਹਿਣੀਆਂ ਜਿਹੜੀਆਂ ਸੀਗੀਆਂ ਉਹ ਵੀ ਮੂਰਤੀ ਪੂਜਾ ਦਾ ਇਸਤੇਮਾਲ ਕਰਦੀਆਂ ਸੀ ਆਪਣੀ ਇਬਾਦਤ ਦੇ ਲਈ So you get Roman Catholic churches, ਰੋਮਨ ਕੈਥੋਲਿਕ ਚਰਚ ਹੈਗਾ you'll find that there are more idols there of Mary and the saints and Jesus than even a Hindu temple. ਮਰੀਮ ਦੇ ਬਾਰੇ ਸੰਤਾਂ ਦੇ ਬਾਰੇ ਜਿਹੜੇ ਰਸੂਲ ਸੀਗੇ ਔਰ ਪ੍ਰਭੂ ਯਿਸੂ ਮਸੀਹ ਦੇ ਬਾਰੇ ਜਿਹੜੇ ਉਹਨਾਂ ਨੇ ਮੂਰਤੀਆਂ ਬਣਾਈਆਂ ਹੈਗੀਆਂ ਕਈ ਦਫਾ ਅਸੀਂ ਕਹਿ ਸਕਦੇ ਕਿ ਇਹ ਮੂਰਤੀਆਂ ਜਿਹੜੀਆਂ ਹੈਗੀਆਂ ਜ਼ਿਆਦੀਆਂ ਹੈਗੀਆਂ ਹਿੰਦੂ ਮੰਦਰਾਂ ਦੀ ਮੂਰਤੀਆਂ ਦੇ ਵਿੱਚ ਨਾਲੋਂ ਜੀ By the way, a lot of the pictures that you see of Jesus ਜਿਹੜੇ ਅਸੀਂ ਜਿਹੜੀ ਤਸਵੀਰਾਂ ਦੇਖਦੇ ਆ ਪ੍ਰਭੂ ਯਿਸੂ ਮਸੀਹ ਦੇ ਬਾਰੇ ਬਣਾਈਆਂ ਹੈਗੀਆਂ are nothing like the way Jesus would have looked. ਉਹ ਕੁਝ ਵੀ ਨਹੀਂ ਹੈਗੀਆਂ ਕਿ ਪ੍ਰਭੂ ਕਿੱਦਾਂ ਦੀ ਉਹਦੀ ਸ਼ਕਲ ਸੂਰਤ ਸੀਗੀ Jesus would have looked like an Iraqi Jew. He was a Middle Eastern man. ਪ੍ਰਭੂ ਯਿਸੂ ਜੀ ਮਿਡਲ ਈਸਟ ਤੋਂ ਸੀਗੇ ਉਹਨਾਂ ਨੇ ਇਰਾਕੀਆਂ ਵਾਂਗ ਉਹਨਾਂ ਦਾ ਲੱਗਣਾ ਸੀ ਉਹਨਾਂ ਨੇ He would have looked more like us, or Middle Eastern people with black hair and so on. ਮਿਡਲ ਈਸਟ ਤੋਂ ਲੱਗਣਾ ਸੀਗਾ ਜਿੱਦਾਂ ਜਿਹਦੇ ਕਾਲੇ ਵਾਲ ਹੁੰਦੇ ਆ And maybe light brown skin. ਹੋ ਸਕਦਾ ਬ੍ਰਾਊਨ ਸਕਿਨ ਹੋਵੇ And the pictures you see of Jesus as a white Western person are based on the Greek gods. ਉਹਨਾਂ ਨੇ ਜੋ ਤਸਵੀਰਾਂ ਬਣਾਈਆਂ ਪ੍ਰਭੂ ਦੀਆਂ ਕਿ ਗੋਰਾ ਸੀਗਾ ਚਿੱਟੇ ਵਾਲ ਸੀਗੇ ਇਹ ਬਿਲਕੁਲ ਇਹਨਾਂ ਨੇ ਆਪਣੀ ਸੋਚ ਬਣਾਈ ਹੈਗੀ ਆ ਇਹਨਾਂ ਮੁਲਕਾਂ ਦੇ ਅਨੁਸਾਰ But people have pictures of Jesus and it's almost like an idol. ਪਰ ਲੋਕੀ ਪ੍ਰਭੂ ਯਿਸੂ ਮਸੀਹ ਦੀਆਂ ਤਸਵੀਰਾਂ ਬਣਾ ਕੇ ਉਹਨਾਂ ਨੇ ਵੀ ਉਹ ਮੂਰਤੀਆਂ ਬਣਾ ਲਈਆਂ ਆਪਣੀਆਂ I remember once going to a house. ਭਾਈ ਕਹਿੰਦੇ ਮੈਨੂੰ ਯਾਦ ਇੱਕ ਦਫਾ ਮੈਂ It ਘਰ ਗਿਆ was ਕਿਤੇ a nominal Christian, a person who had become a Christian maybe. ਨਾਂ ਦੇ ਸਾਈ ਸੀਗੇ ਉਹਨਾਂ ਨੇ ਤੌਬਾ ਕੀਤੀ ਪ੍ਰਭੂ ਕੋ ਆਏ And he had a picture of Jesus. ਉਹਨੇ ਤਸਵੀਰ ਰੱਖੀ ਸੀ ਪ੍ਰਭੂ ਦੀ And I said, that's not what Jesus looked like. ਮੈਨੂੰ ਕਿਹਾ ਕਿ ਪ੍ਰਭੂ ਦੀ ਸ਼ਕਲ ਇਦਾਂ ਦੀ ਤਾਂ ਨਹੀਂ ਸੀਗੀ He was a white man with long hair and a beard and so on. ਉਹ ਤਸਵੀਰ ਸੀਗੀ ਗੋਰੇ ਦੀ ਇਨਸਾਨ ਦੀ ਦਾੜੀ ਸੀਗੀ ਲੰਬੇ ਵਾਲ ਸੀਗੇ ਚਿੱਟੇ I ਵਾਲ said, ਸੀਗੇ no one knows what he looked like. There's nothing in the Bible that tells us. ਮੈਂ ਕਿਹਾ ਬਾਈਬਲ ਵਿੱਚ ਕਿਤੇ ਨਹੀਂ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਦੀ ਸ਼ਕਲ ਸੂਰਤ ਕਿਦਾਂ ਦੀ ਸੀਗੀ He said, no, it's okay. It's just there to show people that I'm a Christian. ਕਹਿੰਦੇ ਨਹੀਂ ਇਹ ਤੇ ਉਦਾਂ ਲਾਈ ਹੈਗੀ ਲੋਕਾਂ ਨੂੰ ਦਿਖਾਉਣ ਦੇ ਲਈ ਕਿ ਮੈਂ ਕ੍ਰਿਸਚੀਅਨ ਹੈਗਾ ਲੋਕੀ ਦੇਖ ਕੇ ਪਹਿਚਾਨੂਗੇ I don't worship it. ਮੈਂ ਕਿਹਾ ਮੈਂ ਨਹੀਂ ਪੂਜਾ ਕਰਦਾ ਮੂਰਤੀ ਦੀ I said, okay, give it to me. I'll throw it away. ਮੈਂ ਉਹਨੂੰ ਕਹਿੰਦਾ ਕਰ ਮੈਨੂੰ ਦੇ ਦੇ ਤਾਂ ਮੈਂ ਛੱਡ ਦਿੰਦਾ He said,
No, ਕਹਿੰਦੇ ਨਹੀਂ 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 ਨਹੀਂ, that's Jesus. ਇਹ ਤਾਂ ਪ੍ਰਭੂ ਯੀਸ਼ੂ ਮਸੀਹ ਮੇਰਾ। Can you see? ਦੇਖਿਆ, It's become something that's sacred to him. ਉਹਦੀ ਲਈ ਉਹ ਚੀਜ਼ ਪਵਿੱਤਰ ਬਣ ਗਈ ਹੈਗੀ ਆ। ਕਹਿੰਦਾ ਮੈਂ ਸਿੱਟ ਨਹੀਂ ਸਕਦਾ ਬਾਹਰ, Something that's become an idol. ਉਹਦੀ ਮੂਰਤੀ ਬਣ ਗਈ ਉਹ। People in the Orthodox Church have icons, have paintings in worship. ਨਾ ਦੇ ਜਿਹੜੇ ਆਰਥੋਡਾਕਸ ਹੈਗੇ ਆ ਉਹ ਕੀ ਕਰਦੇ, ਉਹ ਪੱਥਰ ਦੀ ਮੂਰਤੀਆਂ ਬਣਾਉਂਦੇ, ਚੀਜ਼ਾਂ ਬਣਾਉਂਦੇ ਹੈਗੇ ਆ, ਬਣਾ ਕੇ ਉਹਨਾਂ ਦੀ ਪੂਜਾ ਕਰਦੇ ਆ। Even in some Anglican churches, if you go around this area, you'll find there are idols. ਇਸ ਇਲਾਕੇ ਵਿੱਚ ਜਿਹੜੇ ਐਂਗਲੀਕਨ ਚਰਚ ਹੈ ਉੱਥੇ ਜਾਓ, ਜਾ ਕੇ ਦੇਖੋ ਤੁਸੀਂ, ਜਗ੍ਹਾ ਜਗ੍ਹਾ ਚਰਚ 'ਚ ਉਹਨਾਂ ਨੇ ਮੂਰਤੀਆਂ ਰੱਖੀਆਂ ਹੈਗੀਆਂ। So although in Christianity idolatry is very strongly condemned, ਬੇਸ਼ੱਕ ਕ੍ਰਿਸਚੀਅਨ ਧਰਮ ਦੇ ਵਿੱਚ ਮੂਰਤੀ ਪੂਜਾ ਦਾ ਸਖਤ ਵਿਰੋਧ ਹੈਗਾ, ਰੁਕਾਵਟ ਹੈਗੀ ਆ, idolatry still does exist. ਮੂਰਤੀ ਪੂਜਾ ਹਜੇ ਵੀ ਹੈ ਚੱਲਦੀ। Take Islam. ਇਸਲਾਮ ਨੂੰ ਲਓ, Now, of all the religions in the world, ਦੁਨੀਆ ਵਿੱਚ ਸਾਰੇ ਧਰਮਾਂ ਨਾਲੋਂ Islam claims to be the most idol-free religion in the world. ਇਸਲਾਮ ਕਹਿੰਦਾ ਕਿ ਅਸੀਂ ਮੂਰਤੀ ਪੂਜਾ ਤੋਂ ਰਹਿਤ ਅਸੀਂ ਧਰਮ ਹੈਗੇ ਆ। And it very strongly condemns idolatry. ਬੜੀ ਸਖਤਾਈ ਦੇ ਨਾਲ ਉਹ ਮੂਰਤੀ ਪੂਜਾ ਦਾ ਵਿਰੋਧ ਕਰਦੇ ਆ। But the more I learn about Islam, ਪਰ ਜਿੰਨਾ ਜ਼ਿਆਦਾ ਅਸੀਂ ਸਿੱਖਦੇ ਇਸਲਾਮ ਦੇ ਬਾਰੇ, the more I see of the contradictions. ਉਹਨਾਂ ਜ਼ਿਆਦਾ ਦੇਖਦੇ ਕਿ ਕਿੰਨੇ ਉਹ ਗੱਲ ਕਹਿੰਦੇ ਕੁਛ ਆ, ਕਰਦੇ ਕੁਛ ਆ। They will get angry ਉਹ ਗੁੱਸੇ ਹੋ ਜਾਂਦੇ ਆ। if you even have a picture of Muhammad. ਮੁਹੰਮਦ ਦੀ ਤਸਵੀਰ ਨੂੰ ਵੀ ਦੇਖ ਕੇ ਉਹ ਗੁੱਸੇ ਹੋ ਜਾਂਦੇ ਆ। But at the same time, ਪਰ ਉਹ ਨਾਲ ਨਾਲ they will go to the Hajj in Mecca and they will kiss a black stone. ਮੱਕੇ ਜਾਂਦੇ ਆ ਹਜ ਕਰਨ ਨੂੰ, ਔਰ ਜਿਹੜਾ ਕਾਲਾ ਪੱਥਰ ਹੈਗਾ ਉੱਥੇ ਜਿਹਦੇ ਆਲੇ ਦੁਆਲੇ ਘੁੰਮਦੇ ਆ, ਉਹਨੂੰ ਜਾ ਕੇ ਚੁੰਮਦੇ ਆ To have their sins forgiven. ਤਾਂ ਕਿ ਸਾਡੇ ਪਾਪ ਬਖਸ਼ੇ ਜਾਣ। And they will address Muhammad in prayer, even though they say he's a prophet, he's not a god, but they'll venerate him like a god. ਬੇਸ਼ੱਕ ਕਹਿੰਦੇ ਆ ਕਿ ਮੁਹੰਮਦ ਨਬੀ ਹੈਗਾ, ਪਰ ਜਦੋਂ ਉਹ ਆਪਣੀ ਦੁਆਵਾਂ ਕਰਦੇ ਆ, ਉਹ ਮੁਹੰਮਦ ਦਾ ਨਾਂ ਲੈ ਕੇ ਇਸ ਤਰ੍ਹਾਂ ਨਾਂ ਲੈਂਦੇ ਆ ਅਦਬ ਦੇ ਨਾਲ ਕਿ ਖੁਦਾ ਨੂੰ ਮੰਨਦੇ ਆ। So idolatry exists ਮੂਰਤੀ ਪੂਜਾ ਹੈ ਬੇਸ਼ੱਕ, in every religion, ਹਰ ਧਰਮ ਵਿੱਚ ਮੂਰਤੀ ਪੂਜਾ and ਹੈਗੀ it ਆ, takes on different forms. ਪਰ ਫਰਕ ਦਿਖਾਵਾ ਦਿਖਾਉਂਦੀ ਆ। So I want to look at this psalm very briefly ਦੇਖਾਂਗੇ ਜ਼ਬੂਰ 115 and look at the absolute futility of idol worship. ਮੂਰਤੀ ਪੂਜਾ ਕਿੰਨੀ ਬੇਮਾਇਨੀ ਹੈਗੀ ਆ, ਕਿੰਨੀ ਵਿਅਰਥ ਹੈਗੀ ਆ, ਉਹ ਦੇਖਾਂਗੇ। And look at the trustworthiness of our God. ਆਪਣੇ ਪਰਮੇਸ਼ਰ ਜਿਹੜਾ ਹੈਗਾ ਭਰੋਸੇਯੋਗ ਹੈਗਾ ਪ੍ਰਭੂ, ਉਹਦੀ ਭਰੋਸੇਯੋਗਤਾ ਉੱਤੇ ਧਿਆਨ Now, I'm ਦੇਵਾਂਗੇ। not going to go into the text too deeply, ਜ਼ਿਆਦਾ ਡੂੰਘਾ ਤਾਂ ਨਹੀਂ ਜਾਵਾਂਗੇ, but I simply want to draw out certain lessons. ਪਰ ਕੁਝ ਸਬਕ ਦੇਖਾਂਗੇ। So please have your Bible open at Psalm 115. ਜ਼ਬੂਰ 115 ਤੇ ਮਿਹਰਬਾਨੀ ਕਰਕੇ ਆਪਣੀ ਬਾਈਬਲਾਂ ਖੋਲ ਕੇ ਰੱਖੋ। Now, it seems the psalm was written for a particular reason. ਕਿਸੇ ਮਕਸਦ ਕਰਕੇ ਇਹ ਜ਼ਬੂਰ ਲਿਖਿਆ ਗਿਆ। Look at verse 2. ਦੂਸਰੀ ਆਇਤ ਦੇਖੋ, It says, Why should the Gentiles say, So where is their God? कौमें क्यों कहें अब उनका खुदा कहाँ है। That gives us a clue as to why the psalm was written. ਦੱਸਦਾ ਹੈ ਸਾਨੂੰ ਕਿ ਜ਼ਬੂਰ ਕਿਉਂ ਲਿਖਿਆ ਗਿਆ। It seems that the Gentiles were saying to God's people Israel in the Old Testament, Where is their God? Where is your God? ਗੈਰ ਕੌਮੀ ਲੋਕ ਕਹਿੰਦੇ ਸੀ ਕਿ ਖੁਦਾ ਦੇ ਲੋਕਾਂ ਨੂੰ, ਇਜ਼ਰਾਈਲ ਨੂੰ, ਕਿੱਥੇ ਹੈਗਾ ਤੁਹਾਡਾ ਖੁਦਾ। The reason is because the God of the Bible was nowhere to be seen. He was invisible, and he is invisible. ਬਾਈਬਲ ਦਾ ਖੁਦਾ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਸੀਗਾ, ਅਣਦੇਖਿਆ ਸੀਗਾ, ਕਿਉਂਕਿ ਖੁਦਾ ਜਿਹੜਾ ਹੈਗਾ ਉਹ ਅੱਖਾਂ ਨੂੰ ਅਸੀਂ ਦੇਖ ਨਹੀਂ ਸਕਦੇ ਖੁਦਾ ਨੂੰ। Now, this can be a problem today. ਅੱਜ ਵੀ ਮੁਸ਼ਕਿਲ ਹੈਗੀ ਹੈ, ਹੋ ਸਕਦੀ ਆ। Other religions will parade their gods. ਬਾਕੀ ਦੇ ਧਰਮ ਤਾਂ ਆਪਣੇ ਦੇਵੀ ਦੇਵਤਿਆਂ ਦੀ ਨੁਮਾਇਸ਼ ਕਰਦੇ ਆ। You go into a person's car, ਕਿਸੇ ਦੀ ਗੱਡੀ ਵਿੱਚ ਜਾਓ, and they'll have a picture of their God. ਉਹਨੇ ਆਪਣੇ ਕੋਲ ਦੇਵੀ ਦੇਵਤੇ ਦੀ ਤਸਵੀਰ You ਲਾਈ go ਹੁੰਦੀ to ਗੱਡੀ their ਵਿੱਚ। homes, they'll have pictures of their gods. ਉਹਨਾਂ ਦੇ ਘਰਾਂ ਵਿੱਚ ਜਾਓ ਤਾਂ ਤਸਵੀਰਾਂ ਲਾਈਆਂ ਹੁੰਦੀਆਂ। They've built great shrines of ਵੱਡੀਆਂ- their ਵੱਡੀਆਂ- gods and temples. ਆਪਣੇ ਘਰ ਦੇ ਉਹਨੇ ਮੰਦਿਰ ਬਣਾਏ ਹੁੰਦੇ ਆਪਣੇ ਦੇਵੀ ਦੇਵਤਿਆਂ ਦੇ ਲਈ। Again, just here, go down Soho Road and you'll see idolatry everywhere. ਸੋਹ ਰੋਡ ਤੇ ਜਾਓ, ਜਗ੍ਹਾ ਜਗ੍ਹਾ ਮੂਰਤੀ ਪੂਜਾ ਹੈਗੀ ਆ, ਕਿੱਥੇ ਨਹੀਂ ਹੈਗੀ। When they have success in life, ਜਦੋਂ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਦੇ ਆ, maybe they're successful in their business, ਉਹਨਾਂ ਦਾ ਕਾਰੋਬਾਰ ਕਾਮਯਾਬ ਹੋ ਗਿਆ, or their children pass their exams or get their degrees and they graduate, ਬੱਚਿਆਂ ਨੂੰ ਡਿਗਰੀ ਮਿਲ ਗਈ ਹੈਗੀ, ਪਾਸ ਹੋ ਗਏ ਹੈਗੇ ਆ, ਜਾਂ ਹੋਰ ਕੋਈ ਕਾਮਯਾਬੀ ਮਿਲੀ ਨੌਕਰੀ ਵਿੱਚ, or they have a child or they achieve their goals in life. ਬੱਚੇ ਪੈਦਾ ਹੋ ਗਏ ਹੈਗੇ ਆ, ਜਾਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਕੋਈ ਮੁਕਾਮ ਹਾਸਲ ਕਰ ਲਿਆ, They go and they pay homage to their gods. ਉਹ ਜਾ ਕੇ ਆਪਣੇ ਦੇਵੀ ਦੇਵਤਿਆਂ ਦੇ ਅੱਗੇ ਸਿਜਦਾ ਕਰਦੇ ਆ।
In India, Geeta and I visited one year, ਹਿੰਦੁਸਤਾਨ ਦੇ ਵਿੱਚ ਭਾਈ ਜੋਜ ਤੇ ਗੀਤਾ ਇੱਕ ਦਫਾ ਗਏ and during that year they were celebrating Diwali, ਉਸ ਸਾਲ ਦੀਵਾਲੀ ਮਨਾ ਰਹੇ ਸੀ ਇੰਡੀਆ ਵਿੱਚ and we saw large statues of Rama and Sita and other gods. ਰਾਮ ਦੀ ਸੀਤਾ ਦੀ ਅਸੀਂ ਮੂਰਤੀਆਂ ਜ ਬੜੀ ਬੜੀ ਦੇਖੀਆਂ And obviously, you know the story of Diwali, that Rama and Sita, the triumph of Ravana, ਤੁਹਾਨੂੰ ਪਤਾ ਰਾਮ ਤੇ ਸੀਤਾ ਦੀ ਕਹਾਣੀ ਰਾਵਣ ਜਿਹੜਾ ਹੈਗਾ who has 10 heads. ਰਾਵਣ ਦੇ 10 ਸਿਰ ਸੀਗੇ And I was thinking about this. ਸੋਚਿਆ ਇਹਦੇ ਬਾਰੇ I just thought it must be very difficult for him to make his mind up. ਉਹ ਕਿੱਦਾਂ ਸੋਚਦਾ ਹੋਊਗਾ 10 ਦਿਮਾਗਾਂ ਦੇ ਨਾਲ ਵੀ ਮੈਂ ਕੀ ਕਰਾਂ ਹੁਣ So Diwali is a celebration of good over evil. ਸੋ ਦੀਵਾਲੀ ਕੀ ਹੈਗੀ ਆ ਕਹਿੰਦੇ ਕਿ ਅਛਾਈ ਦਾ ਬੁਰਾਈ ਉੱਤੇ ਜਿੱਤ ਪਾਉਣੀ And so they parade their gods. ਫਿਰ ਆਪਣੇ ਦੇਵੀ ਦੇਵਤਾਂ ਦੀ ਨਮਾਇਸ਼ ਕਰਦੇ ਆ And they say, look, here are our gods. ਕੀ ਕਹਿੰਦੇ ਆ ਦੇਖੋ ਸਾਡੇ ਦੇਵੀ ਦੇਵਤੇ And so to the Christians they say, where is your God? ਕ੍ਰਿਸਚਨਾਂ ਨੂੰ ਕਹਿੰਦੇ ਆ ਤੁਹਾਡਾ ਰੱਬ ਕਿੱਥੇ ਹੈ ਜੀ When my younger brother went to India and they started a church in the village there, ਭਾਈ ਦਾ ਛੋਟਾ ਭਰਾ ਰੂਪ ਚ ਇੰਡੀਆ ਜਦੋਂ ਗਿਆ ਜਦੋਂ ਉਹਨਾਂ ਨੇ ਚਰਚ ਸ਼ੁਰੂ ਕੀਤਾ ਪਿੰਡ ਦੇ a ਵਿੱਚ number of people were converted from Hinduism. ਕਈ ਲੋਕਾਂ ਨੇ ਹਿੰਦੂ ਧਰਮ ਛੱਡ ਕੇ ਆਏ ਪ੍ਰਭੂ ਕੋਲ And they said, look at other religions. They parade their gods. ਉਹ ਕਹਿੰਦੇ ਬਾਕੀ ਧਰਮਾਂ ਵੱਲ ਦੇਖੋ ਉਹ ਤਾਂ ਆਪਣੀ ਦੇਵੀ ਦੇਵਤਾਂ ਦੀ ਨਮਾਇਸ਼ ਕਰਦੇ ਦਿਖਾਲਦੇ ਹੈਗੇ ਆ At special festivals. ਕੋਈ ਖਾਸ ਜਦੋਂ ਮੇਲੇ ਹੁੰਦੇ ਆ And one naive young Christian, ਇੱਕ ਜਵਾਨ ਅਣਸਮਝ they said, look, why don't we make a big statue of Jesus and parade him at Christmas? ਕਿਉਂ ਨਹੀਂ ਕਹਿੰਦਾ ਅਸੀਂ ਪ੍ਰਭੂ ਦੇ ਇੱਕ ਮੂਰਤੀ ਬਣਾ ਕੇ ਕ੍ਰਿਸਮਸ ਦੇ ਟਾਈਮ ਤੇ ਅਸੀਂ ਉਹਨੂੰ ਸਾਰੇ ਪਾਸੇ ਨੂੰ ਘੁਮਾਉਂਦੇ ਫਿਰਦੇ ਪਏ Let's show them that we too have a God. ਦਿਖਾ ਦਈਏ ਲੋਕਾਂ ਨੂੰ ਕਿ ਸਾਡੇ ਕੋਲ ਵੀ ਰੱਬ ਹੈ See, people want something tangible. ਲੋਕੀ ਚਾਹੁੰਦੇ ਕੋਈ ਚੀਜ਼ ਸਾਡੇ ਕੋਲ ਹੋਵੇ ਜਿਹੜੀ ਅਸੀਂ ਦੇਖ ਸਕੀਏ ਛੂ ਸਕੀਏ ਅਸੀਂ ਮਹਿਸੂਸ ਕਰ ਸਕੀਏ Something that can be touched and felt and seen. ਜਿਹਨੂੰ ਛੂ ਸਕਦੇ ਹਾਂ ਦੇਖ ਸਕਦੇ ਹੈਗੇ ਹਾਂ ਮਹਿਸੂਸ ਕਰ ਸਕਦੇ ਹਾਂ ਕਿ ਹੈ ਕੁਛ And therefore the world may say to us, where is your ਤਾਂ ਕਿ God? ਦੁਨੀਆ ਵੀ ਸਾਨੂੰ ਕਹੇ ਕਿੱਥੇ ਹੈਗਾ ਤੁਹਾਡਾ ਰੱਬ Where is our God? ਕਿੱਥੇ ਹੈਗਾ ਤੁਹਾਡਾ ਰੱਬ Firstly then, ਪਹਿਲੀ ਗੱਲ what's the answer to this? ਕੀ ਜਵਾਬ ਹੈਗਾ ਸਵਾਲ ਦਾ Where is our God? ਕਿੱਥੇ ਹੈਗਾ ਰੱਬ ਸਾਡਾ Verse 3 gives us the answer. ਤੀਸਰੇ ਆਇਤ ਵਿੱਚ ਜਵਾਬ ਮਿਲਦਾ ਸਾਨੂੰ But our God is in heaven. तीसरी आयत हमारा खुदा तो आसमान पर है That's the reply. ये जवाब है साडा Our God is not visible to the naked eye. साडा रब दुनियावी अख ਉਹਨੂੰ ਦੇਖ ਨਹੀਂ ਸਕਦੀ Our God is invisible. ਸਾਡਾ ਰੱਬ ਅਣਡਿੱਠਾ ਹੈਗਾ He is not confined to a piece of wood. ਸਾਡਾ ਰੱਬ ਇੱਕ ਲੱਕੜੀ ਦੀ ਮੂਰਤੀ ਵਿੱਚ ਨਹੀਂ ਸਮਾਇਆ ਹੋਇਆ ਹੈਗਾ Our God cannot be contained. ਸਾਡੇ ਰੱਬ ਨੂੰ ਅਸੀਂ ਕਿਤੇ ਉਹਨੂੰ ਇੱਕ ਜਗ੍ਹਾ ਬੰਦ ਕਰਕੇ ਨਹੀਂ ਰੱਖ ਸਕਦੇ Our God does not have spatial dimensions so that you can measure his length and width and breadth. ਸਾਡੇ ਰੱਬ ਦਾ ਕੋਈ ਨਾਪ ਨਹੀਂ ਹੈਗਾ ਅਸੀਂ ਉਹਦੀ ਲੰਬਾਈ ਚੌੜਾਈ ਉਚਾਈ ਨਾਪ ਸਕੀਏ ਤਾਂ ਕਿ ਉਹਦੇ ਅਨੁਸਾਰ ਅਸੀਂ ਕੋਈ ਬਣਾਈਏ ਉਹਦੇ ਰਹਿਣ ਦੇ ਲਈ Our ਜਗ੍ਹਾ God is omnipresent. He is everywhere. ਸਾਡਾ ਰੱਬ ਹਰ ਵੇਲੇ ਹਰ ਜਗ੍ਹਾ ਹੈਗਾ And his presence is most clearly manifested in heaven. ਉਹਦੀ ਹਜ਼ੂਰੀ ਕਿੱਥੇ ਦਿਖਾਈ ਦਿੰਦੀ ਹੈ ਪਰਮੇਸ਼ਵਰ ਦੀ ਸਵਰਗ ਦੇ ਵਿੱਚ But he is an invisible God. ਪਰ ਉਹ ਅਣਦੇਖਿਆ ਖੁਦਾ ਹੈਗਾ He's not like the other gods ਉਹ ਦੂਸਰੇ ਦੇਵੀ ਦੇਵਤਿਆਂ ਵਰਗਾ ਨਹੀਂ ਹੈਗਾ on the earth being paraded. Our God is in heaven. ਇਹ ਨਹੀਂ ਕਿ ਦੁਨੀਆ ਉੱਤੇ ਲੋਕੀ ਨਮਾਇਸ਼ ਕਰਦੇ ਆਪਣੀ ਦੇਵੀ ਦੇਵਤਿਆਂ ਦੀ ਸਾਡਾ ਖੁਦਾ ਸਵਰਗ ਵਿੱਚ ਹੈਗਾ ਅਣਦੇਖਿਆ ਹੈਗਾ ਪਰ ਹਰ ਜਗ੍ਹਾ ਹੈਗਾ What else does it say? ਹੋਰ ਕੀ ਲਿਖਿਆ Verse 3, the second part. ਤੀਸਰਾ ਦਾ ਦੂਸਰਾ ਹਿੱਸਾ But our God is in heaven, and it says this: He does whatever He pleases. हमारा खुदा तो आसमान पर है उसने जो कुछ चाहा वही किया This is our God. ਇਹ ਸਾਡਾ ਖੁਦਾ ਹੈਗਾ He is sovereign. ਉਹ ਸਰਵ ਸ਼ਕਤੀਮਾਨ ਆ He rules over all things, and He does what He pleases. ਸਭਨਾਂ ਚੀਜ਼ਾਂ ਉੱਤੇ ਰਾਜ ਕਰਦਾ ਜੋ ਚਾਹੁੰਦਾ ਉਹ ਕਰਦਾ He's not like the pagan gods. ਉਹ ਮੂਰਤੀ ਪੂਜਾ ਵਰਗਾ ਰੱਬ ਨਹੀਂ We ਹੈਗਾ are not like idol worshippers ਉਹ ਜਿਹੜੇ ਮੂਰਤੀ ਪੂਜਾ ਕਰਦੇ ਆ ਉਹਨਾਂ ਦੇ ਰੱਬ ਵਰਗਾ ਨਹੀਂ ਹੈਗਾ who pride themselves in what they can see. ਉਹ ਕਹਿੰਦੇ ਕਿ ਦੇਖੋ ਅਸੀਂ ਕੀ ਦੇਖ ਸਕਦੇ ਹੈਗੇ And ਆ they despise what they cannot see. ਉਹ ਜੋ ਨਹੀਂ ਦੇਖ ਸਕਦੇ ਉਹਨੂੰ ਤੁੱਛ ਜਾਣਦੇ ਆ No, our God is different. ਸਾਡਾ ਖੁਦਾ ਫਰਕ ਹੈਗਾ Our God is the master of the universe. ਸਾਡਾ ਖੁਦਾ ਜਿਹੜਾ ਹੈਗਾ ਕਾਇਨਾਤ ਦਾ ਖੁਦਾ ਹੈਗਾ He rules all material things. ਸਾਰੀਆਂ ਚੀਜ਼ਾਂ ਉੱਤੇ ਉਹਦਾ ਰਾਜ ਹੈਗਾ No one can tell him what to do. ਕੋਈ ਨਹੀਂ ਕਹਿ ਸਕਦਾ ਖੁਦਾ ਨੂੰ
ਕਿ ਤੁਸੀਂ ਆਹ ਕਰੋ। No one picks him up ਕੋਈ ਨਹੀਂ ਉਹਨੂੰ ਚੁੱਕਦਾ ਹੈਗਾ, and moves him. ਕੋਈ ਨਹੀਂ ਉਹਨੂੰ ਲੈ ਕੇ ਤੁਰਿਆ ਫਿਰਦਾ, No one holds our God in their hands. ਕੋਈ ਇਨਸਾਨ ਸਾਡੇ ਖੁਦਾਵੰਦ ਦੇ ਹੱਥਾਂ ਵਿੱਚ ਲਈ ਨਹੀਂ ਫਿਰਦਾ ਹੈਗਾ। Instead, our God holds the universe in his hands. ਸਾਡਾ ਖੁਦਾ ਸਾਰੀ ਕਾਇਨਾਤ ਨੂੰ, ਸਾਰੀ ਸ੍ਰਿਸ਼ਟੀ ਨੂੰ ਆਪਣੇ ਹੱਥਾਂ ਵਿੱਚ ਲਈ ਫਿਰਦਾ ਹੈਗਾ। ਆਮੀਨ। When we built this church building, ਜਦੋਂ ਅਸੀਂ ਇਹ ਚਰਚ ਜਦੋਂ ਬਿਲਡਿੰਗ ਬਣਾਈ ਸੀਗੀ ਆਹ, we opened it and we invited a lot of people from other churches to come. ਜਦੋਂ ਬਿਲਡਿੰਗ ਖੋਲੀ ਤਾਂ ਅਸੀਂ ਹੋਰਾਂ ਭਰਾਵਾਂ ਭੈਣਾਂ ਨੂੰ ਨਿਯੋਤਾ ਦਿੱਤਾ, ਹੋਰਾਂ ਚਰਚਾਂ ਵਿੱਚੋਂ ਕਿ ਆਓ ਤੁਸੀਂ, As well as people from the community who helped us in terms of the carpet shop and some of the glaziers who provided the windows and so on. ਜਿਨ੍ਹਾਂ ਨੇ ਮਦਦ ਕੀਤੀ ਸਾਡੀ ਕਾਰਪਟ ਪਾਉਣ ਵਿੱਚ ਜਾਂ ਸ਼ੀਸ਼ਿਆਂ ਵਿੱਚ, ਵਿੰਡੋਆਂ ਵਿੱਚ, ਉਹਨਾਂ ਨੂੰ ਵੀ ਸੱਦਿਆ ਸੀਗਾ। But the man from the carpet shop, I know him very well. I've known him for many years. ਕਾਰਪਟ ਸ਼ਾਪ ਤੇ ਜਿਹੜਾ ਭਾਈ ਸੀਗਾ ਉਹਨੂੰ ਅਸੀਂ ਬਹੁਤ ਚਿਰ ਤੋਂ ਜਾਣਨਾ ਪੈ ਗਿਆ। I said, come to the opening. You've helped us a lot with the carpet. ਅਸੀਂ ਉਹਨੂੰ ਕਿਹਾ ਕਿ ਤੂੰ ਸਾਡੀ ਬੜੀ ਮਦਦ ਕੀਤੀ ਕਾਰਪਟ ਪਾਉਣ ਦੇ ਵਿੱਚ, ਤੂੰ ਆਈ ਜਦੋਂ ਅਸੀਂ ਚਰਚ ਖੋਲ੍ਹਣਾ। He came to the service ਉਹ ਆਇਆ ਮੀਟਿੰਗ ਵਿੱਚ, and he looked around. ਆਦਾਲੀ ਉਹਨੇ ਦੇਖਿਆ He said, ਬਿਲਡਿੰਗ ਵਿੱਚ, it's a very nice building. ਕਹਿੰਦਾ ਬਹੁਤ ਸੋਹਣੀ ਬਿਲਡਿੰਗ ਬਣਾਈ ਆ। But he said this. ਉਹਨੇ ਕੀ ਕਿਹਾ? Now, he's a very strong Hindu. ਉਹ ਬਹੁਤ ਕੱਟੜ ਹਿੰਦੂ ਆ। He said, but where is your God? ਕਹਿੰਦਾ ਤੁਹਾਡਾ ਰੱਬ ਕਿੱਥੇ ਗਿਆ? He said, there's something missing. ਕੋਈ ਨਾ ਕੋਈ ਚੀਜ਼ ਦੀ ਘਾਟ ਹੈਗੀ ਇੱਥੇ ਬਿਲਡਿੰਗ ਵਿੱਚ, You need your God to be there. ਤੁਹਾਨੂੰ ਚਾਹੀਦਾ ਕਿ ਤੁਹਾਡਾ ਰੱਬ ਤਾਂ ਉੱਥੇ ਹੋਵੇ। He said, you've got nothing in your building. ਤੁਹਾਡੇ ਕੋਲ ਕੁਛ ਵੀ ਨਹੀਂ ਲਾਇਆ ਹੈਗਾ। He said, I like to feel and touch and see and hold. ਮੈਂ ਚਾਹਣਾ, ਕਹਿੰਦਾ ਦੇਖਣਾ ਅੱਖਾਂ ਦੇ ਨਾਲ, ਛੂਹਣਾ, ਮਹਿਸੂਸ ਕਰਨਾ ਕਿ ਕੁਛ ਤਾਂ ਹੈ ਇੱਥੇ ਦੇਖਣ ਨੂੰ। That is not what our God is like. ਸਾਡਾ ਰੱਬ ਏਦਾਂ ਦਾ ਨਹੀਂ ਹੈਗਾ। Our God is in heaven ਸਾਡਾ ਰੱਬ ਸਵਰਗ ਵਿੱਚ ਹੈਗਾ, and he rules ਰਾਜ ਕਰਦਾ ਪਰਮੇਸ਼ਰ and he ਸਾਡਾ। holds the whole of creation in his hands. ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਸਾਡਾ ਪ੍ਰਭੂ ਆਪਣੇ ਹੱਥ ਵਿੱਚ ਸੰਭਾਲੀ ਫਿਰਦਾ। But then the psalmist goes on and talks of the futility of worshipping idols. ਮਜ਼ਬੂਰ ਲਿਖਣ ਵਾਲਾ ਅੱਗੇ ਚੱਲਦਾ ਹੈਗਾ, ਦੱਸਦਾ ਕਿ ਕਿੰਨੀ ਮੂਰਖਤਾਈ ਹੈਗੀ ਆ ਮੂਰਤੀ ਪੂਜਾ ਦੇ ਵਿੱਚ, And how it is absolutely worthless ਬੇਮੈਨੀ ਹੈਗੀ ਆ, ਬੇਫਾਇਦਾ ਹੈਗੀ ਆ to have idols as your God. ਕਿ ਮੂਰਤੀਆਂ ਨੂੰ ਆਪਣਾ ਖੁਦਾ ਮੰਨਦੇ ਅਸੀਂ। So secondly, let's look at the futility of idols. ਦੇਖੀਏ ਕਿ ਕਿੰਨੀ ਮੂਰਖਤਾਈ ਹੈਗੀ ਆ, ਕਿੰਨਾ ਖਾਲੀਪਨ ਹੈਗਾ ਇਹਨਾਂ ਮੂਰਤੀਆਂ ਵਿੱਚ। Look at verse 4. ਚੌਥੀ ਆਇਤ, It says this, their idols are silver and gold, the work of men's hands. उनके बुत चांदी और सोना है, यानी आदमी की दस्तकारी। This is what an idol is. ਇਹ ਮੂਰਤੀ ਹੈਗੀ ਆ। An idol is the work of man's hands. ਮੂਰਤੀ ਜਿਹੜੀ ਹੈਗੀ ਆ ਉਹ ਆਦਮੀ ਦੇ ਹੱਥਾਂ ਦੀ ਦਸਤਕਾਰੀ ਹੈਗੀ ਆ, ਬਣਾਈ ਹੋਈ ਚੀਜ਼ ਹੈਗੀ ਆ। I mean, think about this. ਸੋਚੋ How utterly stupid. ਕਿੰਨੀ ਵੱਡੀ ਬੇਵਕੂਫੀ ਦੀ ਗੱਲ ਹੈਗੀ ਆ ਇਹ, How foolish ਕਿੰਨੀ ਬੇਵਕੂਫੀ ਦੀ ਗੱਲ ਹੈਗੀ ਆ that even intelligent, educated people are deceived. ਅਕਲਮੰਦ ਪੜ੍ਹੇ ਲਿਖੇ ਵਿਦਵਾਨ ਲੋਕੀ ਵੀ ਮੂਰਖ ਬਣ ਜਾਂਦੇ ਆ। And they cannot see this. ਉਹ ਨਹੀਂ ਦੇਖ ਸਕਦੇ ਗੱਲ ਨੂੰ। That you take a block of wood or gold or stone or silver ਤੁਸੀਂ ਇੱਕ ਲੱਕੜੀ ਦੇ ਟੁਕੜੇ ਨੂੰ ਲੈ ਕੇ, ਸੋਨੇ ਨੂੰ ਲੈ ਕੇ, ਪੱਥਰ ਨੂੰ ਲੈ ਕੇ, ਚਾਂਦੀ ਨੂੰ ਲੈ ਕੇ, and you chip away at it ਤੁਸੀਂ ਉਹਨੂੰ ਤਰਾਸ਼ਦੇ ਆ, and you shape it with your own hands. ਆਪਣੇ ਹੱਥਾਂ ਦੇ ਨਾਲ ਤੁਸੀਂ ਉਹਦੀ ਸੂਰਤ ਬਣਾਉਂਦੇ ਆ ਕੁਛ। And then you say, ਫਿਰ ਤੁਸੀਂ ਕੀ ਕਹਿੰਦੇ ਆ? this is our God. ਇਹ ਸਾਡਾ ਰੱਬ ਹੈਗਾ। And then you bow down to ਫਿਰ it. ਉਸੀ ਦੇ ਮੋਹਰੇ ਜਿਹੜੀ ਤੁਸੀਂ ਹੱਥਾਂ ਨਾਲ ਬਣਾਈ ਆ ਉਹਦੀ ਤੁਸੀਂ ਪੂਜਾ ਕਰਦੇ ਆ। How utterly futile. ਕਿੰਨੀ ਵੱਡੀ ਬੇਵਕੂਫੀ ਦੀ ਗੱਲ ਹੈਗੀ ਆ। God is not shaped by human hands. ਪਰਮੇਸ਼ਵਰ ਇਨਸਾਨਾਂ ਦੇ ਹੱਥਾਂ ਦੇ ਨਾਲ ਨਹੀਂ ਤਰਾਸ਼ਿਆ ਗਿਆ ਹੈਗਾ। No, he is the one who creates. We are the creatures. ਉਹਨੇ ਸਾਨੂੰ ਬਣਾਇਆ, ਅਸੀਂ ਉਹਨੂੰ ਬਣਾ ਸਕਦੇ। Can you see the futility of this? ਦੇਖਿਆ ਕਿੰਨੀ ਵੱਡੀ ਬੇਵਕੂਫੀ ਹੈਗੀ ਆ। He goes on, verse 5. ਪੰਜਵੀਂ ਆਇਤ ਦੇਖੋ, They have mouths, but they do not speak. उनके मुंह हैं पर वो बोलते नहीं। Look at this. There's an image here. ਦੇਖੋ ਤਸਵੀਰ ਹੈਗੀ ਆ। You talk to it. ਤੁਸੀਂ ਮੂਰਤੀ ਨਾਲ ਗੱਲ ਕਰਦੇ ਆ, It has a mouth, ਮੂਰਤੀ ਦਾ ਮੂੰਹ ਤਾਂ ਬਣਾਇਆ, but it doesn't talk to you. ਉਹ ਬੋਲਦੀ ਤਾਂ ਨਾ। Can you see how stupid this is? ਕਿੰਨੀ ਬੇਵਕੂਫੀ ਹੈਗੀ ਦੱਸਦਾ। Idols do not speak. ਮੂਰਤੀਆਂ ਬੋਲਦੀਆਂ ਨਹੀਂ।
The God we worship ਜਿਸ ਖੁਦਾ ਦੀ ਅਸੀਂ ਇਬਾਦਤ ਕਰਦੇ ਹਾਂ is a God who speaks. ਉਹ ਬੋਲਦਾ ਹੈਗਾ, ਸਾਡਾ ਰੱਬ ਬੋਲਦਾ। He has spoken through creation. ਸ੍ਰਿਸ਼ਟੀ ਦੁਆਰਾ ਸਾਡਾ ਰੱਬ ਬੋਲਦਾ। He speaks through our consciences. ਅੰਤःਕਰਨ ਦੁਆਰਾ ਸਾਡਾ ਰੱਬ He ਬੋਲਦਾ। has spoken through His word. ਆਪਣੇ ਵਚਨ ਦੁਆਰਾ ਸਾਡਾ ਰੱਬ ਬੋਲਦਾ। And He's clearly spoken through His Son Jesus. ਪ੍ਰਭੂ ਯਿਸੂ ਮਸੀਹ ਆਪਣੇ ਪੁੱਤਰ ਦੁਆਰਾ ਸਾਫ਼-ਸਾਫ਼ ਸਾਡਾ ਪਰਮੇਸ਼ਰ ਬੋਲਦਾ। Our God is a speaking God who's made Himself heard. ਸਾਡਾ ਖੁਦਾ ਉਹ ਹੈਗਾ ਜਿਹੜਾ ਬੋਲਦਾ ਔਰ ਸਾਨੂੰ ਉਹਦੀ ਆਵਾਜ਼ ਸੁਣਾਈ ਵੀ ਦਿੰਦੀ ਹੈਗੀ ਆ। Verse 5, it says, eyes they have, but they do not see. पंचवें उनका मुंह तो है पर बोलते नहीं, आंखें हैं पर वो देखती नहीं। Again, you have an idol, मूर्ति हैगी आ, you make its eyes. ਤੁਸੀਂ ਮੂਰਤੀ ਦੀ ਅੱਖਾਂ ਬਣਾਉਂਦੇ ਆ, They have eyes, ਉਹਨਾਂ ਦੀ ਅੱਖਾਂ ਤਾਂ ਹੈਗੀਆਂ but do they see anything? ਪਰ ਅੱਖਾਂ ਦੇਖਦੀਆਂ ਕੁਛ Nothing. ਨਹੀਂ ਦੇਖਦੀਆਂ। Our God ਸਾਡਾ ਖੁਦਾ is an omniscient God, an all-knowing God, ਸਰਵ ਗਿਆਨੀ ਪਰਮੇਸ਼ਰ ਹੈਗਾ ਸਾਡਾ ਖੁਦਾ, who sees and knows ਦੇਖਦਾ everything. ਜਾਣਦਾ ਸਭ ਕੁਝ। Verse 6, छेवीं they have ears, but they do not hear. उनके कान हैं पर वो सुनते नहीं। Yes, they have physical ears that have been made, कान बनाए हैं कारीगर ने। but when you pray to an idol, मूर्ति आगे जाके जो ਅਸੀਂ प्रार्थना करते हैं do they hear anything? तो सुनते थोड़ी आवाज। When you take your frustrations and your sorrows and your Jab- pain and your despair, ਜਦੋਂ ਆਪਣਾ ਗੁੱਸਾ, ਆਪਣਾ ਦਰਦ, ਆਪਣੇ ਹੰਝੂ, ਆਪਣੀ ਬੇਵਸਾਈ ਅਸੀਂ ਲੈ ਕੇ ਜਦੋਂ ਜਾਂਦੇ ਉਸ ਮੂਰਤੀ ਦੇ ਅੱਗੇ, when you praise your God, ਜਦੋਂ ਆਪਣੇ ਰੱਬ ਦੇ ਅੱਗੇ ਆ ਕੇ ਅਸੀਂ ਪ੍ਰਾਰਥਨਾ ਕਰਦੇ ਹਾਂ, when you do all these things, do they hear ਇਹ anything? ਸਾਰਾ ਕੁਝ ਕਰਦੇ ਕੀ ਇਹ ਮੂਰਤੀਆਂ ਸੁਣਦੀਆਂ? They hear nothing. ਕੁਛ ਨਹੀਂ ਸੁਣਦੀਆਂ। But our God ਪਰ ਸਾਡਾ ਖੁਦਾ, hears everything. ਸਾਡਾ ਖੁਦਾ ਸਭ ਕੁਝ ਦੇਖਦਾ, In fact, ਸਭ ਕੁਝ ਸੁਣਦਾ। the Bible says He knows our needs even before we ask. ਪ੍ਰਭੂ ਦੇ ਵਚਨ ਲਿਖੀ ਲਿਖਿਆ ਕਿ ਸਾਡੇ ਮੰਗਣ ਤੋਂ ਪਹਿਲਾਂ ਸਾਡਾ ਪਰਮੇਸ਼ਰ ਸਾਰੀ ਜ਼ਰੂਰਤਾਂ ਨੂੰ ਜਾਣਦਾ। He knows every conversation. ਹਰ ਜਿਹੜੀ ਅਸੀਂ ਗੱਲਬਾਤ ਕਰਦੇ ਉਹ ਜਾਣਦਾ ਪ੍ਰਭੂ। He knows the thoughts of our hearts ਸਾਡੇ and ਦਿਲਾਂ ਦੇ minds. ਸੋਚਾਂ ਨੂੰ ਜਾਣਦਾ, He understands. ਸਮਝਦਾ। He hears. ਪ੍ਰਭੂ ਸਾਡਾ ਸੁਣਦਾ, He hears our prayers. ਪ੍ਰਭੂ ਸਾਡੀ ਪ੍ਰਾਰਥਨਾ ਸੁਣਦਾ। Verse 6 again. 6ਵੀਂ ਆਇਤ, It says, noses they have, but they do not smell. नाक हैं पर वो सूंघते नहीं। Verse 7. 7ਵੀਂ आयत, They have hands, but they do not handle. ਹੱਥ ਹੈਗੇ ਪਰ ਉਹ ਕਿਸੇ ਚੀਜ਼ ਨੂੰ ਛੂ ਨਹੀਂ ਸਕਦੇ। Idols, they have hands, ਮੂਰਤੀਆਂ ਦੇ ਹੱਥ ਤਾਂ ਬਣਾਏ ਆ, but they could do nothing with them. They cannot act or do anything. ਕੁਝ ਨਹੀਂ ਕਰ ਸਕਦੇ, ਹੋ ਛੂ ਨਹੀਂ ਸਕਦੇ ਹੱਥ। ਉਹ Our God ਸਾਡਾ ਖੁਦਾ, has His plans. ਉਹਦੀ ਯੋਜਨਾ ਹੈਗੀ ਆ, And He acts and He carries out His plans and He brings them to fruition. ਸਾਡਾ ਪਰਮੇਸ਼ਰ ਯੋਜਨਾ ਬਣਾਉਂਦਾ, ਉਹਨੂੰ ਪੂਰੀ ਕਰਦਾ, ਉਹ ਸਾਡੀ ਜ਼ਿੰਦਗੀ ਨੂੰ ਸੁਧਾਰਦਾ ਹੈਗਾ। Verse 7. 7ਵੀਂ ਆਇਤ, Feet they have, but they do not walk. ਪਾँव ਹੈ ਪਰ ਉਹ ਚਲਤੇ ਨਹੀਂ। You don't see an idol walking anywhere. ਕਦੇ ਦੇਖੀ ਸੀ ਮੂਰਤੀ ਕਿਤੇ ਤੁਰੀ ਜਾਂਦੀ? It's there on the table. ਜਿੱਥੇ ਰੱਖੋ ਉੱਥੇ ਪਈ ਰਹਿੰਦੀ ਆ। It suddenly just it doesn't get up and go from the table to sit in another place. ਮੂਰਤੀ ਉੱਠ ਕੇ ਮੇਜ਼ ਤੋਂ ਉੱਠ ਕੇ ਦੂਸਰੀ ਜਗ੍ਹਾ ਨਹੀਂ ਚੱਲ ਜਾਂਦੀ, ਚਾਬੇ ਉੱਥੇ ਆ ਕੇ ਬਹਿ ਜਾਣਾ। It's not mobile. ਮੂਰਤੀ ਚੱਲ ਫਿਰ ਨਹੀਂ ਸਕਦੀ। Our God is everywhere. He's omnipresent. ਸਾਡਾ ਖੁਦਾ ਹਰ ਜਗ੍ਹਾ ਹੈਗਾ, ਹਰ ਵੇਲੇ ਹਰ ਜਗ੍ਹਾ ਹੈਗਾ। Verse 7. 7ਵੀਂ It ਆਇਤ, says this, nor do they mutter through their throat. और उनके गले से आवाज नहीं निकलती। They mutter nothing. They cannot say anything. वो बोलते हैं कुछ, उनके गले से कोई आवाज निकलती है। Why? Because they cannot see. क्यों? क्योंकि उन्हें वो बोल ही नहीं सकते। Why? Because they're dead. मुर्दा लकड़ी हैगी They है, are inanimate, dead objects that have no life. वो चीज़ां हैगियां जिनके मुर्दा चीज़ां हैगियां, उन्हां विच कोई जान नहीं हैगी। They are just lumps of wood or stone or gold or silver that are spiritually dead. लकड़ी, पत्थर, सोना, चांदी ते टुकड़े हैगे आ ਜਿਹੜੇ ਕਿ ਬਣਾਏ ਗਏ ਹੈਗੇ ਆ, ਨਾ ਬੋਲਦੇ, ਨਾ ਸੁਣਦੇ, ਨਾ ਦੇਖਦੇ, ਨਾ ਕੁਛ ਨਹੀਂ। And the fact that people resort to idolatry ਔਰ ਲੋਕੀ ਮੂਰਤੀ ਪੂਜਾ ਵਿੱਚ ਜਾਂਦੇ ਆ, reveals that they are just like the idols they ਪਤਾ worship. ਲੱਗਦਾ ਕਿ ਜਿੱਦਾਂ ਦੀ ਮੂਰਤੀਆਂ ਦੀ ਪੂਜਾ ਕਰਦੇ ਆ ਉਦਾਂ ਦੀਆਂ ਮੂਰਤੀਆਂ ਉਹ ਆਪ Look ਹੈਗੇ at ਆ। verse 8. 8ਵੀਂ ਦੇਖੋ, Those who make them are like them, so is everyone who trusts in them. उनके बनाने वाले उन ही की मानद हो जाएंगे,
बल्कि वो सब जो उन पर भरोसा रखते हैं। What does that mean? ਕੀ ਕਹਿੰਦਾ? They are like them. ਉਹਨਾਂ ਵਰਗੇ ਹੈਗੇ ਜਿਹੜੇ ਉਹਨਾਂ ਦੀ ਪੂਜਾ ਕਰਦੇ ਆ। Just like the idol is a dead object, those who worship them and make them are spiritually ਜਿੱਦਾਂ dead, ਦੀ just like ਮੂਰਤੀਆਂ them. ਮੁਰਦਾ ਹੈਗੀਆਂ, ਉਦਾਂ ਦੀ ਉਹਨਾਂ ਦੇ ਬਣਾਉਣ ਵਾਲੇ ਰੂਹ ਦੇ ਵਿੱਚ ਮੁਰਦਾ ਹੈਗੇ ਆ, ਮਰੇ ਹੋਏ ਹੈਗੇ ਉਹ। Idols do nothing for us. ਮੂਰਤੀਆਂ ਸਾਡੇ ਲਈ ਕੁਝ ਨਹੀਂ ਕਰਦੀਆਂ, In fact, they damage us ਸਾਨੂੰ ਨੁਕਸਾਨ ਪਹੁੰਚਾਉਂਦੀਆਂ, and take us on the wrong path. ਸਾਨੂੰ ਗਲਤ ਰਾਹ ਤੇ ਲੈ ਕੇ ਜਾਂਦੀਆਂ। Thirdly, and briefly, ਤੀਸਰੀ ਗੱਲ ਬਹੁਤ ਜਲਦੀ, let's just look at the contrast between God and idolatry. ਦੇਖੀਏ ਪਰਮੇਸ਼ਰ ਦੇ ਵਿੱਚ ਤੇ ਮੂਰਤੀਆਂ ਵਿੱਚ ਕਿੰਨਾ ਫਰਕ ਹੈਗਾ। In verse 9 through to 11, 9 ਤੋਂ 11 ਆਇਤ ਦੇ ਵਿੱਚ what do we learn? ਕੀ ਲਿਖਿਆ? It says in verse 9 9ਵੇਂ ਵਿੱਚ ਲਿਖਿਆ, that God is our helper. O Israel, trust in the Lord. He is their help and their shield. 9वीं आयत, ऐ इज़राइल खुदावंद पर तवक्कल कर, वही उनका कुमक और उनका सहारा है। God is Simple our है। helper. प्रभु साडी मदद करदा। Idols can do nothing for us. मूर्तियां कुछ नहीं करदियां साडे ਲਈ। Again, this is reaffirmed in verse 10. 10ਵੇਂ ਅਧਿਆਇ 'ਚ ਇਹ ਗੱਲ ਦੁਹਰਾਈ ਜਾਂਦੀ ਆ। That God is our shield. He protects his people. ਪਰਮੇਸ਼ਰ ਸਾਡੀ ਢਾਲ ਹੈਗਾ, ਉਹ ਸਾਨੂੰ ਬਚਾ ਕੇ ਰੱਖਦਾ। And look at the summary in verse 11. 11 ਆਇਤ ਦੇਖੋ, You who fear the Lord, trust in the Lord. He is their help and their shield. ऐ खुदावंद से डरने वालों, खुदावंद पर तवक्कल करो, क्योंकि वही उनकी कुमक और उनकी सिपर है। God is our help. God is our shield. प्रभु साडा भरोसा, प्रभु साडा ढाल, प्रभु साडा बचाਉਣ ਵਾਲਾ ਹੈਗਾ। Every Christian can testify to the fact that there have been times in their lives when they've cried out to God and God has been their help and their shield. ਹਰ ਵਿਸ਼ਵਾਸੀ ਇਕਰਾਰ ਕਰ ਸਕਦਾ ਕਿ ਜ਼ਿੰਦਗੀ ਵਿੱਚ ਕਦੇ ਨਾ ਕਦੇ ਉਹਨਾਂ ਤੇ ਸਮਾਂ ਆਇਆ ਜਦੋਂ ਉਹਨਾਂ ਨੇ ਪ੍ਰਭੂ ਦੇ ਅੱਗੇ ਆ ਕੇ ਰੋ ਪਿੱਟ ਕੇ ਉਹਨਾਂ ਨੇ ਪ੍ਰਾਰਥਨਾ ਕੀਤੀ ਹੈ, ਤਗੀਦ ਕੀਤੀ, ਮਿਹਨਤ ਕੀਤੀ ਹੈਗੀ ਆ। ਉਹ ਖੁਦਾ ਨੇ ਉਹਨਾਂ ਦੀ ਸੁਣੀ ਆ, ਉਹਨਾਂ ਦੀ ਢਾਲ ਬਣਿਆ, ਉਹਨਾਂ ਨੂੰ ਬਚਾ ਕੇ ਰੱਖਿਆ, ਉਹਨਾਂ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। Christ came into the world. ਪ੍ਰਭੂ ਯਿਸੂ ਮਸੀਹ ਦੁਨੀਆ ਵਿੱਚ ਆਏ, He died and he rose again. ਪ੍ਰਭੂ ਮਰ ਗਏ ਔਰ ਜੀ ਉੱਠੇ। That is evidence of the fact that God is alive. ਇਹ ਸਬੂਤ ਹੈਗਾ ਕਿ ਸਾਡਾ ਖੁਦਾ ਜ਼ਿੰਦਾ ਹੈ। That God rose him from the dead. ਸਾਡੇ ਪਰਮੇਸ਼ਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ। What else is there? ਹੋਰ ਕੀ ਲਿਖਿਆ? Verse 12 to 15, I won't go into detail here. 12 ਤੋਂ 15 ਜ਼ਿਆਦਾ ਡੂੰਘਾ ਤਾਂ ਨਹੀਂ ਦੇਖਾਂਗੇ। It tells us that God is the giver of all blessings. ਖੁਦਾ ਹਰ ਬਰਕਤ ਦਾ ਦੇਣ ਵਾਲਾ ਖੁਦਾ ਹੈਗਾ। Idol cannot bless anyone in any way. ਮੂਰਤੀਆਂ ਕਿਸੇ ਨੂੰ ਵੀ ਕਿਸੇ ਤਰੀਕੇ ਦੇ ਨਾਲ ਬਰਕਤ ਨਹੀਂ ਦੇ ਸਕਦੀਆਂ। But this is our God. ਇਹ ਸਾਡਾ ਖੁਦਾ ਹੈਗਾ। And finally, fourthly, ਆਖਰ ਤੇ ਚੌਥੀ ਗੱਲ what should we do? ਕੀ ਕਰੀਏ? Verse 16 through to 18. 16 ਤੋਂ 18 It tells us there ਕੀ ਲਿਖਿਆ? that the heavens are the Lord's, that's his dwelling place. आसमान तो खुदावंत का आसमान है, But the earth लेकिन is जमीन given to the children of men. उसके बानी आदम को दी गई। Verse 16, the heavens, even the heavens are the Lord's, but the earth he has given to the children of men. आसमान तो खुदा का आसमान है, लेकिन जमीन उसने बानी आदम को दी है। God is generous. खुदा बड़ा दयालु हैगा। We dwell on the earth. ਅਸੀਂ ਧਰਤੀ ਉੱਤੇ ਵਾਸ ਕਰਦੇ ਹਾਂ। And what is our duty? Verse 17. 17 ਚ ਫਿਰ ਸਾਡਾ ਫਰਜ਼ ਕੀ The ਹੈਗਾ? dead do not praise the Lord, nor any who go down into silence. मुर्दे खुदावंत की सिताइश नहीं करते, ना वो जो खामोशी के आलम में उतर जाते हैं। Those who go to the grave, they ਜਿਹੜੇ- do not praise God. ਜਿਹੜੇ ਕਬਰਾਂ ਵਿੱਚ ਚਲੇ ਜਾਂਦੇ ਉਹ ਖੁਦਾ ਦੀ ਇਬਾਦਤ ਨਹੀਂ ਕਰਦੇ। Those who worship idols cannot praise God. ਜਿਹੜੇ ਮੂਰਤੀ ਪੂਜਾ ਕਰਦੇ ਉਹ ਖੁਦਾ ਦੀ ਇਬਾਦਤ ਨਹੀਂ ਕਰ ਸਕਦੇ। But those who know God, what is our duty? ਜਿਹੜੇ ਖੁਦਾ ਨੂੰ ਜਾਣਦੇ ਆ Verse ਸਾਡਾ ਕੀ 18. ਫਰਜ਼ ਹੈਗਾ? Verse 18. But we will bless the Lord from this time forth and forevermore. Praise the Lord. लेकिन हम अब से अब तक खुदावंत को मुबारक कहेंगे, खुदावंत की हमद हो। We are to praise our God. ਅਸੀਂ ਆਪਣੇ ਖੁਦਾ ਨੂੰ ਮੁਬਾਰਕ ਕਹੀਏ, ਉਹਦੀ ਤਾਰੀਫ ਕਰੀਏ। Idols, ਮੂਰਤੀਆਂ they are visible, ਮੂਰਤੀਆਂ ਨੂੰ ਅਸੀਂ ਦੇਖ ਸਕਦੇ ਅੱਖਾਂ ਦੇ but they ਨਾਲ, are empty. ਪਰ ਖਾਲੀ ਹੈਗੀਆਂ। Our God is invisible, ਸਾਡਾ ਖੁਦਾ ਅਣਦਿਖਾ ਡਿਠਾ ਹੈਗਾ, but he's alive. ਜ਼ਿੰਦਾ ਹੈਗਾ।
He rules. ਰਾਜ ਕਰਦਾ, He reigns. ਰਾਜ ਕਰਦਾ, He saves. ਬਚਾਉਂਦਾ, He blesses. ਬਰਕਤ ਦਿੰਦਾ, He helps. ਮਦਦ ਕਰਦਾ। He's our shield. ਉਹ ਸਾਡਾ ਢਾਲ He ਹੈਗਾ, protects his people. ਆਪਣੇ ਲੋਕਾਂ ਨੂੰ ਸੰਭਾਲ ਕੇ This ਰੱਖਦਾ। is what we've learned. ਇਹੀ ਸਿੱਖਿਆ ਸੀ। And he is therefore worthy of our praise. ਸਾਡਾ ਖੁਦਾ ਸਾਡੀ ਸਤੂਤੀ ਦੇ ਯੋਗ ਹੈਗਾ। This is the contrast between idols and our God. ਇਹ ਤੁਲਨਾ ਹੈਗੀ ਆ ਸਾਡੇ ਪਰਮੇਸ਼ਰ ਦੇ ਵਿੱਚ ਔਰ ਮੂਰਤੀਆਂ ਦੇ ਵਿੱਚ। In India, I had a cousin. I've shared this story many times. Got a cousin, ਭਾਈ ਅੱਗੇ ਵੀ ਕਹਿ ਚੁੱਕੇ, ਹਿੰਦੁਸਤਾਨ ਦੇ ਜਿਹਨਾਂ ਦਾ ਕਜ਼ਨ ਹੈਗਾ, and they had an idol in their home. ਉਹਨਾਂ ਨੇ ਘਰ 'ਚ ਮੂਰਤੀ ਰੱਖੀ ਸੀਗੀ। And for many years, he was interested in the gospel. ਬਹੁਤ ਸਾਲ ਉਹਨੂੰ ਦਿਲਚਸਪੀ ਸੀਗੀ ਪ੍ਰਭੂ ਦੇ ਵਚਨ ਦੇ ਵਿੱਚ। But this idol was there for many, many generations. ਪਰ ਕਈ ਪੁਸ਼ਤਾਂ ਤੋਂ ਉਹ ਮੂਰਤੀ ਜਿਹੜੀ ਹੈਗੀ ਆ ਉਹਨਾਂ ਦੇ ਘਰ ਵਿੱਚ ਸੀਗੀ। And he said, look, I want to become a Christian, but I cannot touch that idol. ਕਹਿੰਦਾ I'm ਮੈਂ scared. ਵਿਸ਼ਵਾਸ ਤਾਂ ਕਰਨਾ ਚਾਹੁੰਦਾ, ਪਰ ਮੈਂ ਉਹ ਜਿਹੜੀ ਮੂਰਤੀ ਹੈਗੀ ਨਾ ਰੱਖੀ ਪੁਸ਼ਤਾਂ ਤੋਂ, ਉਹਨੂੰ ਮੈਂ ਹੱਥ ਨਹੀਂ ਲਾ ਸਕਦਾ ਹੈਗਾ। So my younger brother Roop said, look, I'll throw it away for you. ਭਾਈ ਰੂਪ ਨੇ ਕਿਹਾ, ਚਲ ਮੈਂ ਜਾ ਕੇ ਸੱਟ ਦਾਂ ਤੇਰੇ ਲਈ, It's only a piece of metal. ਇਹ ਤਾਂ ਲੋਹਾ ਹੀ ਆ। He said, no, you mustn't touch it. It might harm you. ਨਹੀਂ ਨਹੀਂ ਕਹਿੰਦਾ ਕੁਛ ਕਰੀ ਨਾ, ਸ਼ਾਇਦ ਤੈਨੂੰ ਕੁਛ ਹੋਣਾ ਜਾਵੇ। Years later, he overcame this obstacle. ਕਈ ਸਾਲ ਬਾਅਦ ਉਹਨੇ ਇਸ ਵਹਿਮ ਉੱਤੇ ਜਿੱਤ He ਪਾਈ। realized that the gospel is real, ਉਹਨੇ ਮਹਿਸੂਸ ਕੀਤਾ ਕਿ ਇੰਜੀਲ ਤਾਂ ਸੱਚੀ ਆ, and so he had to get rid of the idol. ਔਰ ਉਹ ਮੂਰਤੀ ਉਹਨੂੰ ਸਿੱਟਣੀ ਪਈ। And so Roop took it and threw it away. ਸੋ ਰੂਪ ਨੇ ਮੂਰਤੀ ਲੈ ਕੇ ਸੱਟ ਦਿੱਤੀ। And he was free ਆਜ਼ਾਦ ਹੋ ਗਿਆ ਉਹ, from its bondage. ਉਹਦੇ ਬੰਧਨ ਤੋਂ, ਮੂਰਤੀ ਦੇ ਬੰਧਨ ਤੋਂ ਆਜ਼ਾਦ ਹੋ ਗਿਆ। This is how people are. They are kept in bondage to idols. ਲੋਕੀ ਮੂਰਤੀਆਂ ਦੀ ਗੁਲਾਮੀ ਦੇ ਬੰਧਨ ਵਿੱਚ ਬੰਧ ਜਾਂਦੇ ਹੈਗੇ ਆ, ਉਹ ਤੋਂ ਆਜ਼ਾਦ ਹੋਣਾ ਉਹਨਾਂ ਨੂੰ ਮੁਸ਼ਕਿਲ ਲੱਗਦਾ। But the gospel sets us free ਪਰ ਪ੍ਰਭੂ ਯੀਸ਼ੂ ਮਸੀਹ ਦੀ ਇੰਜੀਲ ਸਾਨੂੰ ਆਜ਼ਾਦ ਕਰਦੀ to ਆ, worship the living and the true God. ਜ਼ਿੰਦਾ ਖੁਦਾ ਦੀ ਸਿਤਾਇਸ਼ ਕਰ ਸਕੀਏ, ਜ਼ਿੰਦਾ ਖੁਦਾ ਦੀ ਇਬਾਦਤ ਕਰ ਸਕੀਏ। Therefore, he is worthy of our praise. ਇਸ ਕਰਕੇ ਸਾਡਾ ਪਰਮੇਸ਼ਰ ਸਾਡੀ ਸਤੂਤੀ ਦੇ ਯੋਗ ਹੈਗਾ। 1 John chapter 5 verse 21. ਪਹਿਲਾ ਯੋਹੰਨਾ 5:21। Here John is writing and speaking how people had wrong views about Christ. ਇੱਥੇ ਯੋਹੰਨਾ ਲਿਖਦਾ ਕਿ ਕਿਦਾਂ ਲੋਕਾਂ ਦੇ ਗਲਤ ਸੋਚ ਸੀਗੇ ਪਰਮੇਸ਼ਰ ਦੇ ਬਾਰੇ। And so they were worshipping a false Jesus. ਉਹ ਝੂਠੇ ਯੀਸ਼ੂ ਦੀ ਇਬਾਦਤ ਕਰਦੇ ਸੀਗੇ। And he closes the epistle of John, 1 John, ਪਹਿਲਾ ਯੋਹੰਨਾ ਦਾ ਖਤ ਕਿਸ ਤਰ੍ਹਾਂ ਬੰਦ ਕਰਦਾ? with these words. ਇਹਨਾਂ ਲਫ਼ਜ਼ਾਂ ਦੇ ਨਾਲ। And with those words, I will close this message. ਇਹਨਾਂ as well. ਲਫ਼ਜ਼ਾਂ ਦੇ ਨਾਲ ਅਸੀਂ ਅੱਜ ਦਾ ਪੈਗਾਮ ਬੰਦ It ਕਰਾਂਗੇ। closes like this. ਇਸ ਤਰ੍ਹਾਂ ਬੰਦ ਕਰਦਾ, Little children, ਇਹ ਬੱਚੋ keep ourselves from idols. ਆਪਣੇ ਆਪ ਨੂੰ ਬੁੱਤਾਂ ਤੋਂ ਬਚਾ ਕੇ ਰੱਖੋ। Little children, ਇਹ ਬੱਚੋ keep yourselves from idols. अपने आप को बुतों से बचा के रखो। Amen. आमीन। We will now close with our final song, after which we will close with prayer. ਹੁਣ ਅਸੀਂ ਅਖੀਰਲੇ ਗੀਤ ਦੇ ਨਾਲ ਅਸੀਂ ਮੀਟਿੰਗ ਬੰਦ ਕਰਾਂਗੇ, ਉਸ ਤੋਂ ਬਾਅਦ ਅਸੀਂ ਪ੍ਰਾਰਥਨਾ ਕਰਦੇ ਹਾਂ। ਆਓ ਇੱਕ ਨਵਾਂ ਗੀਤ ਰੱਬ ਲਈ ਗਾਵੋ, ਸਭ ਜੋ ਜ਼ਮੀਨ ਦੇ ਹੋ ਗਾਵਣ ਲਈ ਆਓ। ਆਓ ਇੱਕ ਨਵਾਂ ਗੀਤ ਕਰੋ ਸਭ ਜ਼ੁਰਗੀਆ ਹੋਵਾ ਦੇ ਨਾਂ ਦੀ, ਰੋਜ਼ ਰੋਜ਼ ਮੁੱਠੀ ਉਸ
Let's close in prayer. ਆਓ ਪ੍ਰਾਰਥਨਾ ਕਰੀਏ। Father, we thank you that our God is so different ਪਿਤਾ ਧੰਨਵਾਦ ਕਰਦੇ ਹਾਂ ਕਿ ਸਾਡਾ ਖੁਦਾ ਬਹੁਤ ਫਰਕ ਹੈਗਾ to an idol. ਮੂਰਤੀ ਨਾਲੋਂ। We thank you that our God is alive. ਸਾਡਾ ਖੁਦਾ ਜ਼ਿੰਦਾ ਖੁਦਾ ਹੈ। Father, we thank you that, Lord, you are active in people's lives. ਧੰਨਵਾਦ ਕਰਦੇ ਹਾਂ ਪ੍ਰਭੂ ਕਿ ਤੁਸੀਂ ਲੋਕਾਂ ਦੀ ਜ਼ਿੰਦਗੀਆਂ ਵਿੱਚ ਕੰਮ ਕਰਦੇ ਆ। We thank you for Jesus, ਪ੍ਰਭੂ ਯਿਸੂ ਮਸੀਹ ਦੇ ਲਈ who ਧੰਨਵਾਦ is ਕਰਦੇ ਹਾਂ God in the flesh ਜਿਹੜੇ ਦੇਹਧਾਰੀ ਹੋ ਕੇ ਜਿਸਮ ਵਿੱਚ ਆਏ and ਖੁਦਾ who is alive today and conquered death. ਅੱਜ ਜ਼ਿੰਦਾ ਹੈਗੇ ਆ। ਸਾਡੇ ਪ੍ਰਭੂ ਯਿਸੂ ਮਸੀਹ ਨੇ ਮੌਤ ਤੇ ਜਿੱਤ ਪਾਈ ਆ। We know we have a God who is the creator ਸਾਨੂੰ ਪਤਾ ਸਾਡੇ ਕੋਲ ਉਹ ਪਰਮੇਸ਼ਰ ਹੈ ਜਿਹੜਾ ਸਿਰਜਣਹਾਰ ਹੈਗਾ, and a God who hears our prayers and ਉਹ a ਜਿਹੜਾ God ਸਾਡੀ ਪ੍ਰਾਰਥਨਾ ਸੁਣਦਾ, and a God who protects us. ਉਹ ਪ੍ਰਭੂ ਸਾਡੀ ਹਿਫਾਜ਼ਤ ਕਰਦਾ। Therefore, Lord, we praise our God. ਇਸ ਕਰਕੇ ਅਸੀਂ ਆਪਣੇ ਪ੍ਰਭੂ ਦੀ ਸਤੁਤੀ ਕਰਦੇ ਹਾਂ। Keep us, Lord, from idols, ਪ੍ਰਭੂ ਸਾਨੂੰ ਮੂਰਤੀਆਂ ਤੋਂ ਬਚਾ ਕੇ ਰੱਖੋ, from statues and pictures, ਮੂਰਤੀਆਂ ਤੋਂ ਤਸਵੀਰਾਂ ਤੋਂ ਬਚਾ ਕੇ but ਰੱਖੋ, also from all those things that idolatry represents. ਉਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜੀਆਂ ਚੀਜ਼ਾਂ ਮੂਰਤੀ ਪੂਜਾ ਨੂੰ ਪ੍ਰਗਟ ਕਰਦੀਆਂ ਹੈਗੀਆਂ। In Jesus' name we pray. ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਦੇ ਨਾਮ ਵਿੱਚ ਸਾਰਾ ਕੁਝ ਮੰਗਦੇ ਹਾਂ। Amen. ਆਮੀਨ। Thank you for listening to this message. For further information, visit www.emmanuelhansworth.org.uk.